ਜਿਨ ਕੀਤੀ ਸੋ ਮੰਨਣਾ। ਸੱਤੇ ਬਲਵੰਡੇ ਦੀ ਰਾਮਕਲੀ ਰਾਗ ਵਿੱਚ ਵਿਚਾਰੀ ਹੋਈ ਤੀਸਰੀ ਵਾਰ ਦੀ ਕਥਾ ਪਿੱਛੇ 2 ਪੌੜੀਆਂ ਆਪ ਸਰਵਣ ਕਰ ਚੁੱਕੇ ਹੋ। ਆ ਹੁਣ ਤੀਸਰੀ ਪੌੜੀ ਪ੍ਰਾਰੰਭ ਹੋ ਰਹੀ ਹੈ। ਜਿਨ ਕੀਤੀ ਸੋ ਮੰਨਣਾ। ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਗੁਰਿਆਈ ਕੀਤੀ ਹੈ, ਸਾਨੂੰ ਤਾਂ ਉਹੀ ਸਰੂਪ ਸ੍ਰੀ ਗੁਰੂ ਅੰਗਦ ਦੇਵ ਰੂਪ ਮੰਨਣਾ ਚਾਹੀਦਾ ਹੈ। ਇਸੇ ਪ੍ਰਕਾਰ ਜਿਨ ਕੀਤੀ ਸੋ ਮੰਨਣਾ। ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਗੁਰੂ ਨੂੰ ਉਹੀ ਰੂਪ ਭਾਵ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਰੂਪ ਜਾਣ ਕੇ ਮੰਨਣਾ ਚਾਹੀਦਾ ਹੈ। ਉਹ ਸਾਲ ਜੀਵਾ ਹੀ ਸਾਲੀ, ਜਿਹੜੇ ਗੁਰਾਂ ਦੇ ਸਾਲੀ ਅਨੁਸਾਰੀ ਹਨ, ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਨ। ਅਤੇ ਉਹ ਸਾਲ ਜਿਹੜੇ ਬੇਅਨੁਸਾਰੀ ਨੇ, ਭਾਵ ਆਗਿਆ ਨਾ ਮੰਨਣ ਵਾਲੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹਨ। ਜਿਨ ਕੀਤੀ ਸੋ ਮੰਨਣਾ। ਜਿਸ ਨੇ ਗੁਰੂ ਨਾਨਕ ਰੂਪ ਹੋ ਕੇ ਗੁਰਿਆਈ ਕੀਤੀ ਹੈ, ਸਾਨੂੰ ਤਾਂ ਉਹੀ ਸਰੂਪ ਗੁਰੂ ਅੰਗਦ ਦੇਵ ਰੂਪ ਮੰਨਣਾ ਚਾਹੀਦਾ ਹੈ ਤੇ ਪਰ ਸਾਧੂਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਇਸੇ ਪ੍ਰਕਾਰ ਜਿਨ ਕੀਤੀ ਸੋ ਮੰਨਣਾ। ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਗੁਰੂ ਨੂੰ ਉਹੀ ਰੂਪ ਭਾਵ ਗੁਰੂ ਤੇ ਪਰਮੇਸ਼ਰ ਨੂੰ ਇੱਕ ਰੂਪ ਜਾਣ ਕੇ ਮੰਨਣਾ ਚਾਹੀਦਾ। ਨਿਆਣਿਆਂ ਨੂੰ ਤਾਂ ਆਪਾਂ ਚੁੰਮਦੇ ਚੱਟਦੇ ਨਹੀਂ ਠੱਕਦੇ, ਉਹਨਾਂ ਦਾ ਗੂੰ ਮੂਤ ਧੋਂਦੇ ਆ, ਉਹਨੂੰ ਮਾਫ ਕਰਨ। ਤੇ ਸੰਤਾਂ ਨੂੰ ਕਹਿੰਦੇ ਆ ਵੀ ਇਹ ਸਾਡੇ ਅੱਖੀ ਨਾ ਦੇਗਾ, ਇਹ ਤਾਂ ਮਾੜੇ ਨਹੀਂ ਜੀ, ਇਹ ਤਾਂ ਐ ਨਹੀਂ ਜੀ, ਉਹ ਜੀ। ਇਸ ਗੱਲ ਦਾ ਕੋਈ ਜਵਾਬ ਦੇਵੇ। ਜਿਹੜੇ ਕਾਰ ਸੇਵਾ ਵਾਲੇ ਗੁਰਦੁਆਰੇ ਬਣਾਉਂਦੇ ਨੇ, ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਮੈਂ 15 ਸਾਲ ਸੰਤਾਂ ਦੇ ਚਰਨਾਂ 'ਚ ਰਿਹਾ। ਉਹਨਾਂ ਪੈਸਾ ਰੁਪਈਆ ਸਾਥੋਂ ਦਾ ਕੀ ਲੈਣਾ, ਸਾਨੂੰ ਦਿੰਦੇ ਰਹੇ ਨੇ। ਆਪ ਜਿਹੜੀ ਬਖਸ਼ਿਸ਼ ਕੀਤੀ ਉਹਨਾਂ ਵੱਖਰੀ, ਤੇ ਕੱਪੜਾ ਲੀੜਾ ਰੋਟੀ ਪਾਣੀ ਮਾਇਆ ਤੇ ਮੈਂ ਵੇਖਿਆ ਅੱਖਾਂ ਦੇ ਨਾਲ। ਉਹਨਾਂ ਮਹਾਂਪੁਰਖਾਂ ਵਿਆਹ ਨਹੀਂ ਸੀ ਕਰਾਇਆ। ਇੱਕ ਵਾਰ ਆਪਦੇ ਘਰ ਸਾਨੂੰ ਲੈ ਕੇ ਚਲੇ ਗਏ। ਘਰ ਦੀਆਂ ਮੰਜਾ ਡਾਇਆ, ਚੌਂਕੜਾ ਮਾਰ ਕੇ ਬੈਠ ਗਏ। ਆਓ ਜੀ ਜੀ ਆਏ ਬਾਬਾ ਜੀ। ਕਹਿੰਦੇ ਬਾਬਾ ਜੀ ਨਹੀਂ ਕੋਈ, ਕਹਿੰਦੇ ਲਿਆਓ ਠੇਕਾ ਲੈ ਕੇ ਆਓ ਪੈੜੀ ਦਾ, ਕਿੰਨਾ ਮੇਰਾ ਠੇਕਾ ਬਣਦਾ। ਤੇ ਕਹਿੰਦੇ ਬਾਬਾ ਜੀ ਸਾਡੇ ਨਿੱਕੇ ਨਿੱਕੇ ਨਿਆਣੇ ਨੇ, ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ, ਤੇ ਪਰਿਵਾਰ ਦਾ ਗੁਜ਼ਾਰਾ ਐਸਾ ਵੈਸਾ ਹੀ ਹੈ, ਕਿਸਾਨਾਂ ਕੋਲ ਕਿੱਥੇ ਬਹੁਤਾ ਕੁਛ ਹੁੰਦਾ, ਤੇ ਤੁਸੀਂ ਸਾਡੇ 'ਚ ਕਿਰਪਾ ਹੀ ਕਰੋ। ਕਹਿੰਦੇ ਹੈ 7 ਬਗਾਨੇ ਜਿਹੜੇ ਮੈਨੂੰ ਜਾਣਦੇ ਨਹੀਂ, ਉਹ ਮੈਨੂੰ ਮਾਇਆ ਦਿੰਦੇ ਨੇ। ਕਿੰਨੇ ਨਿਆਣੇ ਨੇ, ਲਿਆਓ ਦਿਖਾਓ। 2-2 4-4 5-7 ਸਾਰੇ ਟੱਬਰ ਦੇ ਹੋਣਗੇ। 2-3 ਭਰਾਵਾਂ ਦੇ ਤਾਂ ਮੇਰੇ ਵੇਖੋ ਕਿੰਨੇ ਨਿਆਣੇ ਨੇ। 500 ਬੱਚਾ ਮੇਰਾ, 500 ਮੇਰੀ ਜੇਬ 'ਚੋਂ ਇਹਨਾਂ ਦਾ ਖਰਚਾ ਜਾਂਦਾ। ਚੁੱਪ ਕਰਕੇ ਠੇਕਾ ਰੱਖੋ, ਮੇਰੇ ਸਾਹਮਣੇ ਦੀ ਗੱਲ। ਰੁਪਈਆ 40,000 ਉਹਨਾਂ ਦਿਨਾਂ ਦੇ ਵਿੱਚ ਘਰਦਿਆਂ ਦੇ ਗਲ 'ਚ ਬੋੜ ਦੇ ਕੇ ਲਿਆਂਦਾ। ਜਥੇਦਾਰ ਨੂੰ ਲਿਆ ਕੇ ਫੜਾਇਆ, ਆਖਿਆ ਵੀ ਇਹ ਮੇਰੀ ਪੈਲੀ ਦਾ ਠੇਕਾ ਹੈ, 1 ਵੀ ਰੁਪਈਆ ਉਹ ਜਿਹੜਾ ਹੈ ਇਹਨੂੰ ਜਮ੍ਹਾਂ ਨਹੀਂ ਕਰਨਾ, ਲੰਗਰ 'ਚ ਲੈ ਜਾਓ। ਤੇ ਉਹ 7 ਦਿਨ ਲਗਾਤਾਰ ਦਹੀਂ ਚੌਲਾਂ ਦਾ ਲੰਗਰ ਚੱਲਿਆ। ਮੈਂ ਪੁੱਛਿਆ ਵੀ ਇਹ ਕਿਹਦੇ ਵੱਲੋਂ? ਅਰਦਾਸ ਤਾਂ ਹੋਈ ਨਹੀਂ। ਕਹਿੰਦੇ ਬਾਬਾ ਜੀ ਦੀ ਪੈਲੀ ਦਾ ਠੇਕਾ ਆਇਆ ਲਗਾਤਾਰ 7 ਦਿਨ ਸਿੰਘਾਂ 'ਚ। ਕਹਿੰਦੇ ਵੀ ਇਹਨਾਂ ਪੈਸਿਆਂ ਨੂੰ ਦੁਕਾਨ 'ਤੇ ਲਿਜਾ ਕੇ ਕੱਪੜਾ ਮੇਰੇ ਲਈ ਖਰੀਦੋ, ਝੋਲੇ ਇਹ ਪੈਸਿਆਂ ਦੇ ਬਣਾਉਣੇ, ਤੇ ਜੋ ਵੀ ਆਪਦਾ ਮਾਇਆ ਤੇਲਾ ਕਹਿਣਾ ਵੀ ਇਹ ਜਮ੍ਹਾਂ ਟਰੰਕ 'ਚ ਕਰ ਲਓ, ਜੋ ਸਿੰਘਾਂ ਦੇ ਖਰਚੇ ਲਈ ਵਰਤੋ। ਤੇ ਜਦ ਮੱਥਾ ਟੇਕਣਾ 10 ਰੁਪਈਏ ਕਦੀ ਮੈਨੂੰ ਕਹਿਣਾ ਵੀ ਲਿਆ, ਕੋਈ ਹੈ ਪੈਸਾ, ਕਦੀ ਕਿਸੇ ਨੂੰ ਕਹਿਣਾ ਵੀ ਮਾਇਆ ਹੈਗੀ ਮੱਥਾ ਟੇਕਣ ਲਈ। ਮਤਲਬ ਆਪਦੀਆਂ ਬੋਝੀਆਂ ਖਾਲੀ ਰਹਿੰਦੀਆਂ। ਐਸੇ ਸੰਤਾਂ ਸਾਧੂਆਂ ਨੂੰ ਸਾਧ ਸੰਗਤ ਜੀ ਕੋਟਾਨ ਕੋਟ ਵਾਰ
ਨਮਸਕਾਰ ਹੈ, ਜਿਨ੍ਹਾਂ ਨੇ ਆਪਦੀ ਜ਼ਿੰਦਗੀ ਨੂੰ ਗੁਰੂ ਘਰ ਲਈ ਸਮਰਪਿਤ ਕੀਤਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਿਉਂ ਘਰ ਛੱਡਿਆ, ਜਥੇ ਦੀ ਸੇਵਾ 'ਚ ਰਹੇ, ਤਾਂ ਇੱਕ ਵੀ ਨਵਾਂ ਪੈਸਾ ਘਰਦਿਆਂ ਨੂੰ ਨਹੀਂ ਦਿੱਤਾ। ਉਹ ਕੱਚੇ ਹੀ ਕੋਠੇ ਰਹੇ। ਮੈਂ ਉਹਨਾਂ ਦੇ ਘਰ ਜਾਂਦਾ ਰਿਹਾ, ਉਹ ਪਿੰਡ ਵਾਲੇ ਕੋਠੇ ਕੱਚੇ ਹੀ ਰਹੇ। ਉਹਨਾਂ ਤੋਂ ਬਾਅਦ ਵਿੱਚ ਢਾਹ ਕੇ ਤੇ ਪੱਕਾ ਆਮ ਮਕਾਨ ਬਣਾਇਆ, ਕੋਈ ਹੋਰ ਬਹੁਤਾ ਵੱਡਾ ਚੌੜਾ ਲੰਮਾ ਚੌੜਾ ਨਹੀਂ। ਕਿਸੇ ਨੇ ਆਖਿਆ ਬਾਬਾ ਜੀ ਤੁਹਾਡੇ ਕੋਲ ਇੰਨੇ ਪੈਸੇ ਨੇ, ਤੁਸੀਂ ਆਪਦਾ ਘਰ ਤਾਂ ਬਣਾ ਲਓ। ਵੀ ਸੰਗਤ ਤੁਹਾਡਾ ਇੰਨਾ ਸਤਿਕਾਰ ਕਰਦੀ ਹੈ, ਇੰਨੇ ਪੈਸੇ ਦਿੰਦੀ ਹੈ। ਤੋ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਗੁਰਮੁਖਾ ਜਿੱਦਣ ਘਰ ਬਣਾ ਲਿਆ ਉਸੇ ਦਿਨ ਹੀ ਸੰਗਤਾਂ ਨੇ ਪੈਸੇ ਦੇਣੋਂ ਹਟ ਜਾਣਾ ਤੇ ਸਤਿਕਾਰ ਘਟ ਜਾਣਾ। ਇਹ ਸਤਿਕਾਰ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਮੈਂ ਆਪਦੇ ਘਰ 'ਚ ਨਹੀਂ ਵਰਤਦਾ। ਐਸਾ ਮਹਾਂਪੁਰਖਾਂ ਦਾ ਜੀਵਨ ਸੀਗਾ। ਤੋ ਮਾਤਾ ਪ੍ਰੀਤਮ ਕੌਰ ਉਹਨਾਂ ਦੇ ਘਰੋਂ ਮੈਂ ਉਹਨਾਂ ਨਾਲ ਬਚਨ ਕਰਦੇ ਰਿਹਾ। ਮੈਂ ਕਿਹਾ ਵੀ ਕਿਵੇਂ ਸਰਦਾ? ਕਹਿੰਦੇ ਵੀ ਬਾਬਾ ਠਾਕੁਰ ਸਿੰਘ ਸਾਹਿਬ ਸਾਡੀ ਲੋੜ ਪੂਰੀ ਕਰਦੇ। ਸੰਤ ਜੀ ਮਹਾਰਾਜ ਤਾਂ ਨਿਗਾਹ ਭਰ ਕੇ ਤੱਕਦੇ ਵੀ ਨਹੀਂ ਸਨ। ਸੰਗਤ 'ਚ ਬਹਿ ਕੇ ਆ ਜਾਈਦਾ ਤੇ ਬਚਨ ਵਿਲਾਸ ਜੋ ਕਰਦੇ ਸੁਣਦੇ, ਦਰਸ਼ਨ ਮੇਲੇ ਪਾਉਂਦੇ, ਬਾਕੀ ਹੋਰ ਵਿਸ਼ੇਸ਼ ਬਚਨ ਕੋਈ ਨਹੀਂ ਸੀਗਾ। ਐਸੇ ਮਹਾਂਪੁਰਖਾਂ ਨੂੰ ਕੋਟਾਨ ਕੋਟ ਵਾਰ ਨਮਸਕਾਰ ਹੈ। ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੀ ਹੈ, ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਨੀ ਹੈ, ਪਰ ਜਿਹੜੇ ਬਾਣੀ ਪੜ੍ਹਨ ਦੀ ਜਾਚ ਦੱਸਦੇ ਨੇ, ਬਾਣੀ ਦੀ ਕਥਾ ਸਿਖਾਉਂਦੇ ਨੇ, ਬਾਣੀ ਦੇ ਕੀਰਤਨ ਵੱਲ ਆਉਂਦੇ ਨੇ, ਗੁਰੂ ਘਰ ਦੀ ਸੇਵਾ ਕਿਵੇਂ ਕਰਨੀ ਹੈ, ਰੋਟੀਆਂ ਕਿਵੇਂ ਪਕਾਉਣੀਆਂ, ਲੰਗਰ ਕਿਵੇਂ ਵਰਤਾਉਣਾ ਹੈ, ਸੰਗਤ ਦੇ ਵਿੱਚ ਬੋਲਣਾ ਕਿਵੇਂ ਹੈ, ਰਹਿਣਾ ਕਿਵੇਂ ਹੈ, ਬਹਿਣਾ ਕਿਵੇਂ ਹੈ। ਜਿਸ ਮਾਂ ਨੇ ਨਲੀ ਪੂੰਝਣੀ ਤੇ ਆਪਦੇ ਹੱਥ ਗੰਦੇ ਕਰਕੇ ਬਸਤਰ ਧੋਤੇ, ਸਾਧ ਸੰਗਤ ਜੀ ਉਹ ਮਾਂ ਨੂੰ ਕਦੀ ਬੰਦਾ ਭੁੱਲ ਸਕਦਾ? ਕਿਉਂ ਸਾਧੂ ਸੰਤ ਜਿਹੜੇ ਗੁਰਸਿੱਖਾਂ ਨੂੰ ਸੇਵਾ ਸੰਭਾਲ ਦਿੰਦੇ ਨੇ, ਭਗਤ ਪੂਰਨ ਸਿੰਘ ਜੀ ਵਰਗੇ ਮਹਾਂਪੁਰਖ, ਦੇਖੋ ਪਿੰਗਲਵਾੜਾ ਚੱਲ ਰਿਹਾ, ਕਿੰਨੀ ਮਹਾਨ ਸੇਵਾ ਇਹਨਾਂ ਸੰਤਾਂ ਦੀ। ਉਹ ਮਾਤਾ ਪਿਤਾ ਦੀ ਤਰ੍ਹਾਂ ਹੈ ਤੇ ਇਸ ਵਾਸਤੇ ਗੁਰੂ ਸਾਹਿਬ ਦਾ ਮਾਲਕ ਨੇ ਇਸ ਘਰ ਦੇ। ਤੇ ਪਰ ਜਿਵੇਂ ਜਿਹੜਾ ਮਾਲੀ ਹੁੰਦਾ ਹੈ, ਸਿੰਚਨ ਹਾਰ ਹੈ ਇੱਕ ਹੈ ਮਾਲੀ, ਖਬਰ ਕਰਤ ਹੈ ਪਾਤ ਪਾਤ ਡਾਲੀ। ਉਹਨੇ ਆਪਦੇ ਅੱਗੇ ਸੇਵਕ ਰੱਖੇ ਹੁੰਦੇ ਨੇ ਪਾਣੀ ਧਾਣੀ ਲਾਉਣ ਲਈ। ਇਹ ਜਿਹੜੇ ਸਾਧੂ ਸੰਤ ਨੇ ਬੂਟਿਆਂ ਨੂੰ ਪਾਣੀ ਪਾਉਣ ਵਾਲੇ ਨੇ, ਜਿਸ ਦੇ ਨਾਲ ਸਿੱਖੀ ਦਾ ਬੂਟਾ ਪ੍ਰਚਾਰ ਕਰਕੇ, ਸੇਵਾ ਸਿਮਰਨ ਕਰਕੇ ਪ੍ਰਫੁੱਲਤ ਹੋ ਰਹੀ ਹੈ। ਇਸ ਲਈ ਇਹਨਾਂ ਦੀ ਵਿਸ਼ੇਸ਼ ਜਗ੍ਹਾ, ਵਿਸ਼ੇਸ਼ ਸਥਾਨ ਹੈ। ਗੁਰੂ ਤਾਂ ਸ੍ਰੀ ਗੁਰੂ ਨਾਨਕ ਦੇਵ ਔਰ ਗੁਰੂ ਅੰਗਦ ਦੇਵ ਜੀ ਹਨ, ਜਿਨ੍ਹਾਂ ਸ੍ਰਿਸ਼ਟੀ ਪੈਦਾ ਕੀਤੀ ਹੈ। ਗੁਰੂ ਨੂੰ ਉਹੀ ਰੂਪ, ਗੁਰੂ ਤੇ ਪਰਮੇਸ਼ਰ ਇੱਕ ਕਰਕੇ ਬਣਨਾ ਚਾਹੀਦਾ। ਸਾਲ ਜਿਵਾਹੀ ਸਾਲੀ ਜਿਹੜੇ ਗੁਰਾਂ ਦੇ ਅਨੁਸਾਰੀ ਭਾਵ ਗੁਰੂ ਅੰਗਦ ਦੇਵ ਜੀ ਨੇ, ਤੇ ਜੋ ਵੀ ਅਨੁਸਾਰੀ ਭਾਵ ਆਗਿਆ ਨਾ ਮੰਨਣ ਵਾਲੇ ਬਾਬਾ ਸ੍ਰੀ ਚੰਦ ਜੀ ਲਖਮੀ ਦਾਸ ਜੀ ਹਨ। ਇਸੇ ਪ੍ਰਕਾਰ ਸਾਲ ਜਿਵਾਹੀ ਸਾਲੀ, ਜਿਵਾਹੀ ਤੇ ਚੌੜਾ ਧਾਨ ਵਿੱਚੋਂ ਉਹ ਕਿਹੜਾ ਸਾਲ ਉੱਤਮ ਹੈ? ਭਾਵ ਗੁਰੂ ਅੰਗਦ ਦੇਵ ਜੀ ਧਾਨ ਹਨ ਤੇ ਪੁੱਤਰ ਜਿਵਾਹੀ ਨੇ, ਅਰਥਾਤ ਸਿੱਖਾਂ ਦੀ ਪਰਖ ਕਰਨ ਤੋਂ ਚੌਲ ਦੀ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਨਿਕਲੇ ਤੇ ਬਚਨ ਨਾ ਮੰਨਣ ਵਾਲੇ ਜਿਵਾਹੀ ਦੀ ਤਰ੍ਹਾਂ ਗੁਰੂ ਕੇ ਸਾਹਿਬਜ਼ਾਦੇ ਨਿਕਲੇ। ਧਰਮ ਰਾਏ ਹੈ ਦੇਵਤਾ, ਜੋ ਧਰਮ ਰਾਜਾ ਇਨਸਾਫ ਕਰਨ ਵਾਲਾ ਦੇਵਤਾ ਹੈ। ਗੱਲਾਂ ਕਰੀ ਦਲਾਲੀ, ਉਹ ਤਿੰਨਾਂ ਅਨੁਸਾਰੀ ਬੇਅਨੁਸਾਰੀ ਦੀਆਂ ਜਾਂ ਸਤਿਗੁਰਾਂ ਦੇ ਹੁਕਮ ਕਮਾਉਣ ਦੀਆਂ ਗੱਲਾਂ ਲੈ ਕੇ, ਭਾਵ ਸੁਣ ਕੇ ਦਲਾਲੀ ਮਤਲਬ ਨਿਆਂ ਕਰਦਾ ਹੈ, ਜਾਂ ਦਲੀਲ ਅਨੁਸਾਰ ਗੱਲਾਂ ਸੁਣ ਕੇ ਫੈਸਲਾ ਕਰਦਾ ਹੈ। ਇਸੇ ਪ੍ਰਕਾਰ ਧਰਮ ਰਾਈ ਹੈ ਦੇਵਤਾ, ਸ੍ਰੀ ਗੁਰੂ ਅੰਗਦ ਦੇਵ ਜੀ ਧਰਮ ਦਾ ਰਾਜਾ ਅਤੇ ਧਰਮ ਦਾ ਦੇਵਤਾ ਹੈ। ਗੱਲਾਂ ਕਰੇ ਦਲਾਲੀ, ਜੋ ਸਿੱਖਾਂ ਦੀਆਂ ਗੱਲਾਂ ਲੈ ਕੇ ਭਾਵ ਸੁਣ ਕੇ ਪ੍ਰਭੂ ਨਾਲ ਮਿਲਾਉਣ ਦੀ ਵਿਚੋਲਗੀ ਕਰਦਾ ਹੈ। ਸਤਿਗੁਰ ਆਖੈ ਸੱਚਾ ਕਰੇ, ਜਿਸ ਦੇ ਬਾਰੇ ਸੱਚਾ ਗੁਰੂ ਆਖਣਾ ਕਰੇਗਾ ਉਸ ਨੂੰ ਧਰਮ ਰਾਜਾ ਵੀ ਪਰਲੋਕ ਦੇ ਵਿੱਚ ਸੱਚਾ ਕਰਦਾ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਭਾਵੇਂ ਉਹ ਚੋਰ ਹੋਵੇ ਤੇ ਭਾਵੇਂ ਉਹ ਸਾਧ ਹੋਵੇ ਤੇ ਭਾਵੇਂ ਉਹਦੇ 'ਚ ਹਜ਼ਾਰਾਂ ਹੀ ਔਗਣ ਹੋਣ। ਜਿਹਨੂੰ ਮਹਾਰਾਜ ਨੇ ਕਹਿਤਾ ਵੀ ਸਾਡਾ ਸਿੱਖ, ਤੈਨੂੰ ਹੱਥ ਨਹੀਂ ਲਾਉਣਾ, ਇਹਦੇ ਵੱਲ ਵੇਖਣਾ ਨਹੀਂ, ਤੇ ਉਹਨੂੰ
ਧਰਮ ਰਾਜਾ ਨਹੀਂ ਪੁੱਛ ਸਕਦਾ। ਧੰਨ ਬਾਬਾ ਵਿਧੀ ਚੰਦ ਜੀ ਵੇਖੋ ਕੈਸਾ ਜੀਵਨ ਸੀਗਾ, ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ। ਭਾਈ ਪੁਰਾਣਾ ਜੀ ਤੋਂ ਜਿਨ੍ਹਾਂ ਨੇ ਭਾਈ ਲੱਖੂ ਦੇ ਉੱਪਰ ਕਿਰਪਾ ਕੀਤੀ, ਫਿਰ ਇੱਕ ਸ਼ਾਹੂਕਾਰ ਸੀਗਾ, ਉਹ ਗੁਰਦੁਆਰੇ ਵੀ ਨਹੀਂ ਆਇਆ। ਧੰਨ ਬਾਬਾ ਵਿਧੀ ਚੰਦ ਜੀ ਬ੍ਰਹਮ ਗਿਆਨੀ ਇਹੋ ਜਿਹੇ ਜੀਵਨ ਵਾਲੇ ਬਣ ਗਏ, ਸੁੰਦਰ ਸ਼ਾਹ ਫਕੀਰ ਨੂੰ ਬਾਰੇ ਤਾਰਤਾ, ਬਾਰੇ ਬਾਬੇ ਵਿਧੀ ਚੰਦ ਨੇ ਯੂਪੀ ਦੇ ਵਿੱਚ ਸੀਗੇ, ਪ੍ਰਚਾਰ ਕਰਨ ਜਦ ਗਏ, ਉਹ ਸੁੰਦਰ ਸ਼ਾਹ ਯੂਪੀ ਦਾ ਸੀਗਾ, ਉਹ ਅੰਮ੍ਰਿਤਸਰ ਨਹੀਂ ਆਇਆ, ਮਹਾਰਾਜ ਨੂੰ ਨਹੀਂ ਉਹਨੇ ਦੇਖਿਆ। ਬਿਨਾਂ ਅੰਮ੍ਰਿਤ ਛਕਣ ਤੋਂ, ਬਿਨਾਂ ਗੁਰਦੁਆਰੇ ਆਉਣ ਤੋਂ ਬਾਬਾ ਜੀ ਦੀ ਕਿਰਪਾ ਨਾਲ ਉਹੀ ਤਰ ਗਿਆ। ਧਰਮ ਰਾਜ ਨੂੰ ਕਹਿਤਾ ਵੀ ਇਹ ਸਾਡਾ ਬੰਦਾ ਹੈ। ਗੁਰੂ ਜੀ ਨੇ ਤਾਂ ਕਹਿਣਾ, ਗੁਰੂ ਦੇ ਸਿੱਖਾਂ ਦੀ ਸਿਫਾਰਿਸ਼ ਵੀ ਚੱਲਦੀ। ਇਹ ਭਾਈ ਪੁਰਾਣਾ ਜੀ ਨੇ ਇੱਕ ਸ਼ਾਹੂਕਾਰ ਨੂੰ, ਜਿਹੜਾ ਸਾਰੀ ਉਮਰ ਕੋਈ ਚੰਗਾ ਕਰਮ ਨਹੀਂ ਕੀਤਾ, ਕੋਈ ਪਾਠ ਪੂਜਾ ਨਾਮ ਅਭਿਆਸ ਨਹੀਂ ਸੀ, ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾ ਕੇ ਉਹਨੂੰ ਵੀ ਧਰਮ ਰਾਜੇ ਤੋਂ ਛਡਾਤਾ। ਤੋ ਇਸ ਤਰ੍ਹਾਂ ਗੁਰੂ ਘਰ ਦੀ ਸਿਫਾਰਿਸ਼ ਧਰਮ ਰਾਜੇ ਕੋਲ ਵੀ ਚੱਲਦੀ ਹੈ। ਧਰਮ ਰਾਜੇ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝ। ਕਿਸੇ ਦੀ ਸਿਫਾਰਿਸ਼ ਪਾਉਣੀ ਹੋਵੇ ਤਾਂ ਉਹਨੂੰ ਮਿਲਣਾ ਪੈਂਦਾ ਹੈ, ਉਹਦੇ ਨਾਲ ਪਹਿਚਾਣ ਬਣਾਉਣੀ ਪੈਂਦੀ ਹੈ। ਜਿੰਨਾ ਚਿਰ ਤੁਹਾਨੂੰ ਕੋਈ ਜਾਣਦਾ ਨਹੀਂ, ਪਹਿਚਾਣਦਾ ਨਹੀਂ, ਉਹ ਤੁਹਾਡੀ ਸਿਫਾਰਿਸ਼ ਨਹੀਂ ਕਰੇਗਾ। ਇਸ ਲਈ ਗੁਰੂ ਘਰ ਸਵੇਰ ਸ਼ਾਮ ਆਉਣਾ ਲਾਜ਼ਮੀ ਹੈ। ਹਫ਼ਤੇ ਬਾਅਦ ਸ਼ਨੀ ਐਤਵਾਰ ਛੁੱਟੀ ਵਾਲੇ ਦਿਨ ਸੰਗਰਾਂਦ ਮੱਸਿਆ, ਜਦੋਂ ਵੀ ਸਮਾਂ ਮਿਲੇ ਗੁਰੂ ਘਰ ਨਾਲ ਆਪਦੀ ਪਹਿਚਾਣ ਬਣਾਈਏ। ਜਪ ਨਿਸ਼ਾਨ, ਨਿਸ਼ਾਨ ਦਾ ਮਤਲਬ ਹੈ ਆਇਡੈਂਟੀਫਿਕੇਸ਼ਨ, ਪ੍ਰੂਫ, ਜਾਣ ਪਹਿਚਾਣ ਦਾ ਪੱਤਰ, ਆਇਡੈਂਟੀ ਕਾਰਡ, ਜਿਹਦੇ ਨਾਲ ਤੁਹਾਡੀ ਪਹਿਚਾਣ ਬਣਦੀ ਹੈ। ਤੁਸੀਂ ਕਿਤੇ ਦਿਖਾਓ, ਕਿਸੇ ਬਿਲਡਿੰਗ 'ਚ ਜਾਣਾ ਹੋਵੇ, ਕਿਸੇ ਵੀ ਜਗ੍ਹਾ 'ਤੇ ਜਾਣਾ ਹੋਵੇ, ਉਹ ਪ੍ਰੂਫ ਦੇਖਦੇ ਨੇ। ਅੱਜ ਕੱਲ੍ਹ ਆਧਾਰ ਕਾਰਡ ਚੱਲਦਾ, ਅਤੇ ਗੁਰੂ ਘਰ ਦਾ ਜਪ ਨਿਸ਼ਾਨ ਆਇਡੈਂਟੀਫਿਕੇਸ਼ਨ ਪ੍ਰੂਫ ਹੈ। ਸੋ ਧਰਮ ਰਾਜਾ ਕਹਿੰਦਾ ਵੀ ਤੂੰ ਸਿੱਖ ਹੈ? ਕਹਿੰਦੇ ਜੀ ਹਾਂ। ਚੱਲ ਜਪਜੀ ਸਾਹਿਬ ਸੁਣਾ। ਜੇ ਤਾਂ ਜਪਜੀ ਸਾਹਿਬ ਸੁਣਾਤਾ, ਇਹ ਤਾਂ ਚਲੋ ਭਾਈ ਸਵਰਗਾਂ ਨੂੰ ਜਾਂ ਉੱਪਰ ਨੂੰ ਤੇ ਨਰਕਾਂ ਤੋਂ ਸੋ ਉਹਦਾ ਰਸਤਾ ਕੱਟਿਆ ਗਿਆ, ਨਰਕਾਂ ਦੇ ਦੁੱਖ ਤੋਂ ਵਿਹਲੇ ਹੋ ਗਏ। ਜੇ ਨਹੀਂ ਸੁਣਾਇਆ ਫਿਰ ਤੁਸੀਂ ਸਿੱਖ ਕਾਹਦੇ ਹੋ? ਸਿੱਖ ਦੀ ਨਿਸ਼ਾਨੀ ਕੀ ਹੈ? ਨਿਸ਼ਾਨ ਦਾ ਮਤਲਬ ਨਿਸ਼ਾਨੀ, ਪਹਿਚਾਣ, ਉਹ ਹੈ ਜਪ। ਜੇ ਜਪ ਪੜੋਗੇ, ਜ਼ਬਾਨੀ ਯਾਦ ਕਰੋਗੇ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ। ਮੈਂ ਤਾਂ ਇਹ ਵੀ ਪੜ੍ਹਿਆ ਵੀ ਭਾਈ ਮੰਝ ਸੱਚਖੰਡ ਦਾ ਪਹਿਰੇਦਾਰ ਹੈ, ਗੁਰੂਆਂ 'ਚ ਖੜਾ, ਅੰਦਰ ਉਹਨੂੰ ਲੰਘਣ ਦਿੰਦਾ ਜਿਹਨੂੰ ਜਪਜੀ ਸਾਹਿਬ ਜ਼ਬਾਨੀ ਯਾਦ ਹੋ, ਸੁਣ ਕੇ ਅੰਦਰ ਲੰਘਾਉਂਦਾ, ਕਿਉਂਕਿ ਗੁਰਦੁਆਰੇ ਦੀ ਨਿਸ਼ਾਨੀ ਹੈ ਗੁਰਬਾਣੀ ਦਾ ਪਾਠ। ਜੇ ਪਾਠ ਨਹੀਂ ਆਉਂਦਾ ਤੇ ਫਿਰ ਤੁਹਾਡੀ ਨਿਸ਼ਾਨੀ ਕੀ ਹੈ ਵੀ ਤੁਸੀਂ ਸਿੱਖ ਹੋ? ਇੱਕ ਵਾਰ ਮੈਨੂੰ ਯਾਦ ਹੈ, ਰਾਗੀ ਭਾਈ ਤਾਰ ਬਲਵੀਰ ਸਿੰਘ ਸੱਚਖੰਡ ਹਰਿਮੰਦਰ ਸਾਹਿਬ ਤੋਂ ਆਪ ਕੀਰਤਨ ਸਰਵਣ ਕਰਦੇ ਹੋ, ਕਈ ਵਾਰ ਆਸਾ ਦੀ ਵਾਰ ਵੀ ਅਸੀਂ ਇਕੱਠੇ ਰਾਗੀ ਪੂਰਨ ਸਿੰਘ ਸਿੱਖਦੇ ਰਹੇ। ਤੇ ਉਹਨਾਂ ਦੀ ਡਿਊਟੀ ਲੱਗੀ ਗਰਾਈ ਤੇ ਤਰਨਤਾਰਨ ਦੇ ਇਲਾਕੇ ਕੰਗਾਂ ਦੇ ਆਸ-ਪਾਸ ਦੀ ਗੱਲ ਹੈ। ਜੀਪ ਦੇ ਉੱਪਰ ਬੈਠੇ ਹੋਏ ਸੀ, ਬੋਰੀਆਂ ਲੈ ਕੇ, ਤੇ ਬੋਰੀਆਂ ਵੰਡ ਰਹੇ ਸੀ। ਸ਼ਰਧਾਲੂ ਪ੍ਰੇਮੀ ਗੁਰਮੁਖਾਂ ਦੇ ਘਰ। ਉਹ ਟਾਈਮ ਉਹੋ ਜਿਹਾ ਸੀਗਾ, ਬੜੀਆਂ ਤੱਤੀਆਂ ਹਵਾਵਾਂ ਚੱਲਦੀਆਂ ਸੀਗੀਆਂ। ਉਹ ਪੁਲਿਸ ਵਾਲਿਆਂ ਘੇਰ ਲਿਆ, ਕਹਿੰਦੇ ਦਰਾਓ ਤੁਸੀਂ ਦਿਨੇ ਨਿਸ਼ਾਨਦੇਹੀ ਕਰਕੇ ਰਾਤ ਨੂੰ ਕੰਨਾਂ ਲੈ ਕੇ ਖਾੜਕੂਪਣਾ ਕਰਦੇ ਹੋ, ਇੱਧਰ ਆਓ, ਚਲੋ ਬਾਹਾਂ ਖੜੀਆਂ ਕਰੋ, ਬਾਹਾਂ ਬੰਨੋ ਇਹਨਾਂ ਦੀਆਂ, ਮਾਰੋ ਡੰਡੇ ਇਹਨਾਂ ਦੇ, ਚਲੋ ਪੁੱਠੇ ਟੰਗੋ। ਮਾਲ ਮੰਡੀ ਇੰਟਰੋਗੇਸ਼ਨ ਸੈਂਟਰ ਬਣਾਇਆ ਸੀ। ਉਹ ਰਾਗੀ ਤਾਰ ਬਲਵੀਰ ਸਿੰਘ ਗਏ ਵੀ ਮੈਂ ਤਾਂ ਘਬਰਾ ਗਿਆ, ਮੈਂ ਤਾਂ ਕੰਬੀ ਜਾਵਾਂ। ਤੇ ਆਖਿਆ ਜੀ ਮਹਾਰਾਜ ਵੀ ਆਪਾਂ ਤਾਂ ਸਿੱਖਣ ਵਾਲੇ ਆ। ਕਹਿੰਦੇ ਕੀ ਸਿੱਖਣਾ ਦੱਸ? ਕਹਿੰਦੇ ਕੀਰਤਨ ਸਿੱਖਦੇ ਆ ਜੀ, ਪੰਜਾਂ ਪਿਆਰਿਆਂ 'ਚ ਲੱਗਦੇ ਆ। ਕਹਿੰਦੇ ਉਹਨਾਂ ਨੂੰ ਤਾਂ ਫਿਰ ਜਾਪ ਸਾਹਿਬ ਯਾਦ ਹੁੰਦਾ, ਚੱਲ ਜਾਪ ਸਾਹਿਬ ਸੁਣਾ। ਉਹ ਥਾਣੇਦਾਰ ਗੁਰਸਿੱਖ ਸੀਗਾ ਤੇ ਕਹਿੰਦਾ ਮੈਂ ਜਾਪ ਸਾਹਿਬ ਸੁਣਾਇਆ ਜ਼ਬਾਨੀ। ਉਹਨੇ ਸੁਣਿਆ, ਨਮਸਤੋਂ ਦਾ ਕਾਲੇ ਨਮਸਤੋਂ ਕਿਰਪਾਲੇ। ਕਹਿੰਦੇ ਜਾ ਤੂੰ ਤਾਂ ਜਾ, ਤੂੰ ਪਾਸ ਹੋ ਗਿਆ। ਕਹਿੰਦੇ ਮੈਂ ਵੇਖਿਆ ਸੱਚਮੁੱਚ ਵੀ ਧਰਮ ਰਾਜੇ ਕੋਲ ਤਾਂ ਬਾਅਦ 'ਚ ਛਡਾਉਣਾ ਬਾਣੀ ਨੇ, ਇਹਨਾਂ ਜਮਦੂਤਾਂ ਤੋਂ ਵੀ ਪ੍ਰਤੱਖ ਛਡਾਇਆ। ਇੱਕ ਰਾਗੀ ਹੁੰਦਾ ਸੀ ਸਾਡੇ ਜੰਮੂ ਦਾ, ਉਹ ਘੇਰਾ ਪਿਆ ਤੇ ਸਿੰਘਾਂ ਨੂੰ ਚੁੱਕ ਕੇ ਲੈ ਗਏ ਮਾਲ ਮੰਡੀ ਪੁੱਠੇ ਟੰਗ ਦੇ। ਉਹ ਕਹੇ ਮੇਰਾ ਸਾਹ ਸੁੱਕੀ ਜਾਏ, ਮੇਰੀ ਵੀ ਵਾਰੀ ਆ ਗਈ ਤੇ
ਮੈਂ ਕਿਹਾ ਵੀ ਮੈਂ ਤਾਂ ਰਾਗੀ ਹਾਂ ਜੀ, ਮੈਂ ਤਾਂ ਕੀਰਤਨ ਕਰਦਾ। ਇਹ ਤਾਂ ਸਾਰੇ ਸਿੰਘ ਹੀ ਸੀਗੇ, ਕੇਸਾਧਾਰੀ, ਪੁਲਿਸ ਵਾਲੇ ਵੀ ਕਿਹੜਾ ਬਗਾਨੇ ਸੀ। ਆਪਣਿਆਂ ਤੋਂ ਆਪਣਿਆਂ ਨੂੰ ਮਰਵਾਇਆ। ਇਹ ਰਾਜਨੀਤੀ ਹੁੰਦੀ ਹੈ, ਝਗੜਾ ਪਾ ਕੇ। ਤੋ ਉਹਨਾਂ ਆਵਾਜ਼ਾਂ ਲਿਆ ਤਾ, ਕਹਿੰਦੇ ਚੱਲ ਪੁੱਤ ਤੂੰ ਰਾਗੀ ਹੈ ਨਾ, ਕੀਰਤਨ ਸੁਣਾ। ਉਹਦੀ ਸੁਰੀਲੀ ਇੰਨੀ ਕਮਾਲ ਦੀ ਆਵਾਜ਼ ਸੀ। ਉਹਦਾ ਨਾਂ ਹੀ ਸਿੰਘਾ ਗੁਲਾਮ ਅਲੀ ਇਸ ਕਰਕੇ ਪਾਇਆ। ਉਹਨੇ ਵਾਜੇ ਦੇ ਹੱਥ ਰੱਖਿਆ ਤੇ ਮੰਗਲ ਕਰਦਿਆਂ ਸਾਰੀ ਉਹਨੇ ਜਾਨ ਕੱਢਦੀ। ਉਹ ਸਾਰੇ ਇੰਨੇ ਨਟਾੜ ਹੋ ਗਏ, ਕਹਿੰਦੇ ਧੰਨ ਉਹ ਤਾਂ ਜਾ। ਕੀਰਤਨ ਸੁਣਾ ਕੇ ਕਹਿੰਦਾ ਮੈਂ ਬਚ ਗਿਆ, ਮੇਰਾ ਖਹਿੜਾ ਛੁੱਟਿਆ, ਮੇਰੀ ਇਹਦਾ ਜਾਨ ਜਾਣੀ ਸੀ। ਤੇ ਇਸ ਤਰ੍ਹਾਂ ਅਸਲੀ ਬੰਦੇ ਦਾ ਹੱਥ ਆਉਂਦੇ ਸੀ, ਉਹਨਾਂ ਨੂੰ ਤਾਂ ਪਤਾ ਹੀ ਹੁੰਦਾ। ਇਸ ਤਰ੍ਹਾਂ ਬੜਿਆਂ ਬੇਗੁਨਾਹਾਂ ਦਾ ਕਾਣ ਹੋਇਆ। ਗੁਰੂ ਸਾਹਿਬ ਕਿਰਪਾ ਕਰਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਹਾਂਜੀ ਪਿਆਰ ਨਾਲ ਸੁਣੋ। ਧਰਮ ਰਾਏ ਹੈ ਦੇਵਤਾ। ਜਿਹੜਾ ਧਰਮ ਰਾਜਾ ਹੈ ਉਹ ਤਾਂ ਧਰਮੀ ਬੰਦਿਆਂ ਵਾਸਤੇ ਧਰਮ ਰਾਜਾ ਹੈ, ਦੇਵਤਾ ਹੈ। ਜਿਹੜਾ ਪਾਪੀ ਬੰਦਾ ਹੈ ਉਹਨਾਂ ਵਾਸਤੇ ਉਹ ਯਮ ਹੈ, ਦੂਤ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਥੁਰਮਾ ਦਾਣੀਆਂ ਤੇ ਉਹ ਮਥੇ ਧਰਮ ਰਾਏ। ਲੈ ਗੱਲਾਂ ਕਰੀ ਦਲਾਲੀ। ਇਹੋ ਹੀ ਗੱਲਾਂ ਬਾਤਾਂ ਝੂਠ ਸੱਚ ਦੀਆਂ ਲੈ ਕੇ ਵੀ ਕਿਹੜਾ ਬੰਦਾ ਝੂਠ ਬੋਲਦਾ ਰਿਹਾ, ਕਿਹੜਾ ਸੱਚ ਬੋਲਦਾ ਰਿਹਾ। ਇਸ ਤਰ੍ਹਾਂ ਹੁਕਮ ਕਮਾਉਣ ਦੀਆਂ ਗੱਲਾਂ ਲੈ ਕੇ ਦਲੀਲਾਂ ਦੇ ਅਨੁਸਾਰ ਸੁਣ ਕੇ ਫੈਸਲਾ ਕਰਦਾ ਹੈ। ਇਸੇ ਪ੍ਰਕਾਰ ਧਰਮ ਰਾਏ ਹੈ ਦੇਵਤਾ। ਸ੍ਰੀ ਗੁਰੂ ਅੰਗਦ ਦੇਵ ਜੀ ਧਰਮ ਦਾ ਰਾਜਾ, ਧਰਮ ਦਾ ਦੇਵਤਾ ਹੈ। ਗੱਲਾਂ ਕਰੀ ਦਲਾਲੀ। ਜੋ ਸਿੱਖਾਂ ਦੀਆਂ ਗੱਲਾਂ ਲੈ ਭਾਵ ਸੁਣ ਕੇ ਪ੍ਰਭੂ ਨਾਲ ਮਿਲਾਉਣ ਦੀ ਵਿਚੋਲਗੀ ਕਰਦਾ ਹੈ। ਸਤਿਗੁਰ ਆਖੈ ਸੱਚਾ ਕਰੇ। ਜਿਸ ਦੇ ਬਾਰੇ ਸੱਚਾ ਗੁਰੂ ਕਹਿਣਾ ਕਰੇਗਾ, ਸਾ ਬਾਤ ਹੋਵੇ ਦਰਹਾਲੀ। ਉਸ ਨੂੰ ਧਰਮ ਰਾਜਾ ਵੀ ਪਰਲੋਕ ਦੇ ਵਿੱਚ ਸੱਚਾ ਕਰਦਾ ਹੈ। ਉਹੀ ਗੱਲ ਦਰਗਾਹ ਦੇ ਵਿੱਚ ਸ਼ੀਘਰ ਹੀ ਉਸੇ ਸਮੇਂ ਹੋ ਜਾਵੇਗੀ। ਗੁਰ ਅੰਗਦ ਦੀ ਦੋਹੀ ਫਰੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਾਰੀ ਦੁਨੀਆ ਵਿੱਚ ਜਸ ਰੂਪ ਦੁਹਾਈ ਫਿਰ ਰਹੀ ਹੈ। ਸੱਚ ਕਰਤਾ ਬਾਂਧੇ ਬਹਾਲੀ। ਸੱਚੇ ਕਰਤਾਰ ਨੇ ਸ੍ਰੀ ਗੁਰੂ ਨਾਨਕ ਸਰੂਪ ਹੋ ਕੇ ਮਰਿਆਦਾ ਨੂੰ ਬੰਨ ਕੇ ਬਹਾਲੀ ਸਥਿਤ ਕੀਤਾ ਹੈ। ਨਾਨਕ ਕਾਇਆ ਪਲਟ ਕਰ। ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਕਾਇਆ ਦੇਹ ਨੂੰ ਪਲਟਾ ਕੇ ਮਟਾ ਕੇ ਬਦਲ ਕੇ ਮਲ ਤਖਤ ਬੈਠਾ ਸੈ ਡਾਲੀ। ਸ੍ਰੀ ਗੁਰੂ ਅੰਗਦ ਦੇਵ ਰੂਪ ਹੋ ਕੇ ਸੈਂਕੜੇ ਸਿੱਖੀ ਸੇਵਕੀ ਰੂਪ ਡਾਲੀਆਂ ਦੇ ਸਹਿਤ ਦੀਆਂ ਕਰੁਣਾ ਮੈਤਰੀ ਮੁਦਤਾ ਰੂਪ ਸੈਂਕੜੇ ਹੀ ਟਾਹਣੀਆਂ ਦੇ ਸਹਿਤ ਗੁਰਤਾ ਗੱਦੀ ਤਖਤ ਨੂੰ ਮੱਲ ਕੇ ਬੈਠਣਾ ਕੀਤਾ ਹੈ। ਜਾਂ ਸ਼ੁਭ ਗੁਣਾ ਰੂਪ ਤਖਤ ਨੂੰ ਮੱਲ ਕੇ ਬੈਠਣਾ ਕੀਤਾ ਹੈ। ਦਰ ਸੇਵੇ ਉਮਤ ਖੜੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੁਆਰੇ ਤੇ ਉਮਤ ਸ੍ਰਿਸ਼ਟੀ ਸਾਧ ਸੰਗਤ ਖੜੀ ਸਾਵਧਾਨ ਹੋ ਕੇ ਪ੍ਰੇਮ ਨਾਲ ਸੇਵਾ ਟਹਿਲ ਕਰ ਰਹੀ ਹੈ। ਮਸਕੱਲਾ ਹੋਈ ਜੰਗਾਲੀ। ਅਤੇ ਬੁੱਧੀ ਵਿਸ਼ਿਆਂ ਰੂਪ ਜੰਗਾਲ ਦੀ ਜੰਗਾਲੀ ਹੋਈ ਦਾ ਮਸਕੱਲਾ ਮਾਂਜਣਾ ਹੋ ਰਿਹਾ ਹੈ। ਜਾਂ ਪਾਪਾਂ ਰੂਪੀ ਜੰਗਾਲ ਦਾ ਮਸਕੱਲਾ ਮਾਂਜਣਾ ਹੋ ਰਿਹਾ ਹੈ। ਜਾਂ ਪਦਾਰਥ ਵਿਸ਼ਿਆਂ ਰੂਪ ਸੰਗਤ ਕਰਕੇ ਲੋਹੇ ਦੀ ਨਿਆਈ ਜੰਗਾਲੀ ਹੋਈ ਬੁੱਧੀ ਦਾ ਮਸਕੱਲਾ ਮਾਂਜਣਾ ਹੋ ਰਿਹਾ। ਜਾਂ ਜੋ ਸੇਵਾ ਰੂਪ ਸਿਕਲ ਕਰਨਾ ਹੈ, ਇਹ ਚਮਕਾਉਣਾ ਹੈ। ਜਿਵੇਂ ਲੋਹੇ ਦਾ ਜੰਗਾਲ ਨਾਲ ਲੋਹੇ ਦਾ ਜੰਗਾਲ ਮਸਕਲੇ ਨਾਲ ਲੈਂਦਾ, ਇਵੇਂ ਮਨ ਦੀ ਪਾਪਾਂ ਰੂਪ ਹੈ ਸੇਵਾ ਰੂਪ ਮਸਕਲੇ ਮਸਲਣ ਦੇ ਨਾਲ ਉਤਰਦੀ ਹੈ। ਦਰ ਦਰਵੇਸ਼ ਖਸਮ ਦਾ। ਖਸਮ ਮਾਲਕ ਸਤਿਗੁਰੂ ਨਾਨਕ ਦੇਵ ਜੀ ਦੇ ਦੁਆਰੇ ਤੇ ਦਰਵੇਸ਼ ਫਕੀਰ ਹੋ ਕੇ ਗੁਰੂ ਅੰਗਦ ਦੇਵ ਜੀ ਪ੍ਰਵੇਸ਼ ਹੋਏ ਸਨ। ਆਏ ਸੱਚਾ ਬਾਣੀ ਲਾਲੀ। ਜਿਸ ਕਰਕੇ ਦੂਸਰੇ ਗੁਰਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੁਆਰਾ ਸੱਚੇ ਨਾਮ ਜਪਣੇ ਤੇ ਬਾਣੀ ਕਰਕੇ
ਭਗਤੀ ਗਿਆਨ ਰੂਪੀ ਲਾਲੀ ਚੜੀ ਹੈ। ਬਲਵੰਡ ਖੀਵੀ ਨੇਕ ਜਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਸੇ ਬੀਬੀ ਦਾ ਨਾਮ ਨਹੀਂ ਆਇਆ। ਗੁਰੂ ਕੇ ਮਹਿਲਾਂ ਦਾ ਕਿਸੇ ਪ੍ਰਕਾਰ ਦਾ ਪਰਿਵਾਰ ਦੇ ਮੈਂਬਰ ਦਾ ਨਾਮ ਨਹੀਂ ਹੈ। ਇੱਕ ਮਾਤਾ ਖੀਵੀ ਜੀ ਦਾ ਨਾਮ ਹੈ ਜੋ ਗੁਰੂ ਅੰਗਦ ਦੇਵ ਜੀ ਦੇ ਘਰੋਂ ਸਨ। ਬਲਵੰਡ ਨਾਮੇ ਡੂਮ ਕਹਿੰਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਵੀ ਬੜੇ ਚੰਗੇ ਸੁਭਾਅ ਵਾਲੇ ਇਸਤਰੀ ਹਨ। ਇਸਤਰੀਆਂ ਵਿੱਚ ਇੱਕ ਘਾਟ ਹੁੰਦੀ ਹੈ ਵੀ ਉਹ ਕੰਜੂਸ ਹੁੰਦੀਆਂ, ਸੂੰਪਣਾ ਕਰਦੀਆਂ ਹਨ। ਆਪਦੇ ਪੁੱਤਾਂ ਨੂੰ ਨਾ ਘਿਓ ਮਲਾਈਆਂ ਦੇਣਗੀਆਂ, ਮੱਖਣ ਦੇ ਪੇੜੇ, ਤੇ ਕਈ ਵਾਰ ਧੀਆਂ ਦੇ ਨਾਲ ਵੀ ਦਿਜਾ ਕਰ। ਬਾਹਰ ਮੈਂ ਸੁਣਿਆ ਕਿ ਬਾਹਰਲੇ ਸਿੰਘ ਕਹਿਣਾ ਵੀ ਅੱਜ ਧੀ ਰਾਣੀ ਦਾ ਜਨਮ ਦਿਨ ਹੈ ਜੀ, ਉਹਨਾਂ ਸੇਵਾ ਕਰਨੀ ਗੁਰੂ ਘਰ ਰਾਗੀਆਂ ਢਾਡੀਆਂ ਨੂੰ ਵੀ ਕਹਿਣਾ ਸ਼ਬਦ ਪੜ੍ਹੋ, ਅਰਦਾਸ ਕਰੋ। ਤੇ ਬੇਟੀਆਂ ਦੇ ਮਨ 'ਚ ਵੀ ਹੁੰਦਾ ਜੇ ਭਰਾ ਦਾ ਜਨਮ ਦਿਨ ਮਨਾਇਆ ਸਾਡਾ ਵੀ ਮਨਾਓ। ਇਨਸਾਨ ਦਾ ਇਨਸਾਨ ਜਾਣਨਾ ਪਰਮਾਤਮਾ ਨੇ ਸਾਰੇ ਨੂੰ ਕੁਝ ਹੀ ਦਿੱਤੀ ਹੈ। ਉਹ ਸਰੀਰ ਤਾਂ ਵਾਹਿਗੁਰੂ ਦਾ ਦਿੱਤਾ ਹੋਇਆ, ਤੇ ਦੁਬਦਾ ਕਾਹਦੀ ਦੁਆ ਕਾਹਦੀ। ਪੜ੍ਹਾਈ ਦੇ ਵਿੱਚ ਵੀ, ਖਾਣ ਪੀਣ ਦੇ ਵਿੱਚ ਵੀ, ਇਹ ਮੈਂ ਵੇਖਿਆ ਅੱਖਾਂ ਦੇ ਨਾਲ। ਮੈਂ ਤਾਂ ਬੇਨਤੀ ਕਰਦਾ, ਮਾਈਆਂ ਦਾ ਸੁਭਾਅ ਬੜਾ ਹੋਰ ਤਰ੍ਹਾਂ ਦਾ ਹੁੰਦਾ, ਮੈਨੂੰ ਮਾਫ ਕਰਦਾ। ਪਰ ਗੁਰੂ ਅੰਗਦ ਦੇਵ ਜੀ ਦੀ ਗੁਰੂ ਮਾਤਾ ਖੀਵੀ ਜੀ ਇਸ ਤਰ੍ਹਾਂ ਦੀ ਨਹੀਂ ਸੀ ਵੀ ਆਪਦੇ ਪੁੱਤਾਂ ਨੂੰ ਢਿੱਡ ਪਾਲੀ ਜਾਓ ਤੇ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਤੋਂ ਲੁਕਾਈ ਜਾਓ, ਆਪਦੀ ਪੇਟੀ ਟਰੰਕ ਜਿੰਦਰੇ ਮਾਰੀ ਜਾਓ, ਘਰ ਲੈ ਜਾਓ। ਇਸ ਤਰ੍ਹਾਂ ਗੁਰਦੁਆਰੇ ਜੋ ਕੁਛ ਆਇਆ ਉੱਥੇ ਹੀ ਸਭ ਦਾ ਇੱਕੋ ਜਿਹਾ ਵਰਤਾਰਾ। ਸੰਗਤ ਨੂੰ ਧੀਆਂ ਪੁੱਤਾਂ ਨਾਲੋਂ ਵੱਧ ਪਿਆਰ ਕਰਦੇ ਸਨ। ਲੋੜਵੰਦਾਂ ਨੂੰ ਸਾਧ ਸੰਗਤ ਜੀਓ ਆਪ ਹੱਥੀਂ ਲੰਗਰ ਛਕਾਉਂਦੇ, ਮਾਇਆ ਧੇਲਾ ਕੱਪੜਾ ਲੀੜਾ ਤੱਕ ਦਾਨ ਕਰ ਦਿੰਦੇ। ਇਸ ਲਈ ਬਹੁਤ ਹੀ ਚੰਗੀ ਇਸਤਰੀ ਸੀਗੀ। ਜਿਸ ਬਹੁਤੀ ਛਾਉ ਪਤਰਾਲੀ। ਜਿਸ ਮਾਤਾ ਖੀਵੀ ਜੀ ਦੀ ਸਿੱਖ ਸੰਗਤਾਂ ਦੀਆਂ ਸ਼ੁਭ ਗੁਣਾ ਰੂਪ ਪੱਤਰਾਂ ਵਾਲੀ ਬਹੁਤ ਹੀ ਸੰਘਣੀ ਸ਼ਾਂਤੀ ਰੂਪ ਛਾਇਆ ਹੈ। ਲੰਗਰ ਦੌਲਤ ਵੰਡੀਐ। ਸਤਿਗੁਰਾਂ ਦੇ ਲੰਗਰ ਵਿੱਚ ਮਾਤਾ ਖੀਵੀ ਜੀ ਦੇ ਹੱਥੋਂ ਲੋੜਵੰਦਾਂ ਨੂੰ ਪ੍ਰਤੱਖ ਮਾਇਆ ਵੰਡੀ ਜਾਂਦੀ ਸੀਗੀ। ਰਸ ਅੰਮ੍ਰਿਤ ਖੀਰ ਘਿਆਲੀ। ਕਿਉਂਕਿ ਗੁਰੂ ਜੀ ਧਨ ਕੋਲ ਨਹੀਂ ਰੱਖਦੇ ਸਨ। ਲੰਗਰ ਦੀ ਰਸਤ ਖਰੀਦਣ ਤੋਂ ਬਾਅਦ ਜਿੰਨਾ ਧਨ ਬਾਕੀ ਬਚਦਾ ਉਹ ਸਾਰਿਆਂ ਨੂੰ ਵੰਡ ਦਿੰਦੇ ਸਨ, ਤੇ ਉਹ ਮਾਤਾ ਖੀਵੀ ਜੀ ਵੰਡਦੇ। ਅੰਮ੍ਰਿਤ ਰਸਵਤ ਸਵਾਦਿਸ਼ਟ ਘਿਆਲੀ ਘਿਓ ਵਾਲੀ ਖੀਰ ਬਣਿਆ ਕਰਦੀ ਸੀ ਜੋ ਮਾਤਾ ਖੀਵੀ ਜੀ ਖੁਦ ਆਪ ਵਰਤਾਉਂਦੇ ਸਨ। ਮੈਂ ਕੱਲ ਬੇਨਤੀ ਕੀਤੀ ਸੀ ਵੀ ਖਹਿਰੇ ਗੋਤ ਦੇ ਜੱਟ ਜ਼ਿਮੀਂਦਾਰ ਦੇ ਡੰਗਰਾਂ ਪਸ਼ੂਆਂ ਨੂੰ ਮੋਹ ਖੁਰ ਦੀ ਬਿਮਾਰੀ ਪੈਣ ਕਾਰਨ ਜਦ ਉਹਨਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਉਹਨਾਂ ਆਖਿਆ ਵੀ ਬਾਬਾ ਬੁੱਢਾ ਜੀ ਨੂੰ ਪੁੱਛੋ, ਜਿਨ੍ਹਾਂ ਦੁੱਧ ਪਿਆ ਕੇ ਗੁਰੂ ਨਾਨਕ ਸਾਹਿਬ ਨੂੰ ਮੁੱਲ ਖਰੀਦ ਲਿਆ, ਤੇ ਮਹਾਰਾਜ ਉਹਨਾਂ ਦੀ ਲੋੜ ਕਿੰਨੀਆਂ ਬਖਸ਼ਿਸ਼ਾਂ ਹੋਈਆਂ। ਤੇ ਬਾਬਾ ਜੀ ਨੇ ਆਖਿਆ ਗੁਰਮੁਖੋ ਸੰਗਤਾਂ ਆਉਂਦੀਆਂ ਨੇ, ਸੇਵਾ 'ਚ ਦੁੱਧ ਲਿਆਇਆ ਕਰੋ, ਘੱਟੋ ਘੱਟ 10ਵਾਂ ਹਿੱਸਾ ਤਾਂ ਲਿਆਓ। ਕਹਿੰਦੇ ਜੀ ਅੱਧਾ ਲਿਆਂਗੇ, ਬਸ ਸਾਡੇ ਡੰਗਰ ਮਰਨੋਂ ਬਚ ਜਾਣ। ਤੇ ਉਹ ਅੱਧਾ ਦੁੱਧ ਹਰੇਕ ਘਰ 'ਚੋਂ ਆਉਂਦਾ ਸੀਗਾ। ਹੁਣ ਇਹਨਾਂ ਦੁੱਧ ਕੀ ਕਰਨਾ, ਉੱਥੇ ਖੀਰ ਬਣਾ ਦਿੰਦੇ, ਸਵੇਰ ਵਾਲੇ ਦੁੱਧ ਦੀ ਖੀਰ ਬਣਾ ਦਿੰਦੇ। ਜਿਹੜਾ ਰਾਤ ਨੂੰ ਹੁੰਦਾ ਉਹਨੂੰ ਦਹੀਂ ਜਮਾ ਕੇ ਸਵੇਰੇ ਰਿੜਕ ਕੇ ਉਹਦਾ ਘਿਓ ਕੱਢ ਕੇ ਉਹ ਵੀ ਖੀਰ ਜੀ ਪਾ, ਜਿਹੜੀ ਸਬਜ਼ੀ ਭਾਜੀ ਰੋਟੀ ਪਾਣੀ ਹੋਰਨਾਂ ਪਾਸੇ ਵਰਤੋਂ ਤੋਂ ਵਾਧੂ ਹੁੰਦਾ ਸਾਰਾ ਖੀਰ ਜੀ ਪੈਂਦਾ। ਤੇ ਉਹ ਬੜੀ ਸਵਾਦਲੀ ਖੀਰ ਸੰਗਤ ਦੇ ਵਿੱਚ ਇੱਕ ਰਸ ਵਰਤਦੀ ਸੀਗੀ। ਇਸੇ ਪ੍ਰਕਾਰ ਲੰਗਰ ਦੌਲਤ ਵੰਡੀਐ। ਸਤ ਸੰਗਤ ਦੇ ਵਿੱਚ ਆ ਵੀ ਲੰਗਰ ਵਰਤ ਰਿਹਾ, ਕਥਾ ਦਾ ਲੰਗਰ ਇਹ ਕਿਤੋਂ ਹੋਰ ਨਹੀਂ ਮਿਲਦਾ। ਪ੍ਰਸ਼ਾਦਾ ਤਾਂ ਅਸੀਂ ਆਪਦੇ ਘਰ ਜਾ ਕੇ ਛਕ ਸਕਦੇ ਹਾਂ, ਪਰ ਆਹ ਜਿਹੜਾ ਲੰਗਰ ਹੈ ਰੋਜ਼ ਦੀ ਖੁਰਾਕ ਇੱਥੇ ਗੁਰਦੁਆਰੇ ਹੀ ਹੈ। ਰਸ ਅੰਮ੍ਰਿਤ ਖੀਰ ਘਿਆਲੀ। ਨਾਮ ਰੂਪੀ ਦੌਲਤ ਵੰਡੀ ਦੀ ਹੈ ਤੇ ਪ੍ਰੇਮ ਰੂਪੀ ਰਸ ਹੈ, ਜਾਂ ਬ੍ਰਹਮਾਨੰਦ ਰੂਪੀ ਰਸ, ਜਾਂ ਨਾਮ ਰੂਪੀ ਅੰਮ੍ਰਿਤ ਤੇ ਭਗਤੀ ਰੂਪ ਸੁੰਦਰ ਖੀਰ ਬਣਦੀ ਹੈ ਗੁਰਦੁਆਰਾ ਸਾਹਿਬ ਵਿਖੇ। ਗੁਰਸਿੱਖਾ ਕੇ ਮੁਖ ਉਜਲੇ। ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਗੁਰਸਿੱਖਾਂ ਦੇ ਮੁਖ ਲੋਕ ਅਤੇ ਪਰਲੋਕ ਵਿੱਚ ਉਜਲਤਾ ਵਾਲੇ ਹੁੰਦੇ ਹਨ। ਮਨਮੁਖ ਦੀਏ ਪਰਾਲੀ। ਅਤੇ ਮਨਮੁਖ ਪਰਾਲੀ ਦੀ ਤਰ੍ਹਾਂ ਫੋਕੇ ਹੋ ਰਹੇ ਹਨ, ਭਾਵ ਸ਼ੁਭ ਗੁਣਾਂ ਤੋਂ ਖਾਲੀ ਹੁੰਦੇ ਨੇ, ਜਾਂ ਮਨਮੁਖਾਂ ਦੇ ਮੂੰਹ ਪਰਾਲੀ ਦੀ ਤਰ੍ਹਾਂ ਪੀਲੇ ਹੋ ਜਾਂਦੇ ਹਨ।
ਤੇ ਗੁਰਸਿੱਖਾਂ ਨੂੰ ਭਾਗ ਲੱਗਦੇ ਨੇ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸਨ ਤਾਂ ਉਹਨਾਂ ਦੇ ਲੰਗਰ ਦੀ ਖੀਰ ਬੜੀ ਪ੍ਰਸਿੱਧ ਸੀ। ਬਾਸਮਤੀ ਦੇ ਚੌਲ ਤੇ ਪਿਓਰ ਦੁੱਧ ਜੋ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਅਰਪਦੀਆਂ ਨੇ, ਉਹ ਸ਼ੁੱਧ ਚੀਜ਼ ਅਰਪਦੀਆਂ ਨੇ। ਉਂਝ ਭਾਵੇਂ ਮੁੱਲ ਵੀ ਦੇਵੋ ਤਾਂ ਵੀ ਮਿਲਾਵਟ ਕਰਕੇ। ਬਾਜ਼ਾਰ ਹੈ, ਵਪਾਰ ਹੈ, ਇਹਦੇ ਵਿੱਚ ਬੜਾ ਉੱਲਾ ਹੈ। ਸ਼ੁੱਧ ਚੀਜ਼ ਪੈਸੇ ਦੇ ਕੇ ਵੀ ਲੈਣੀ ਔਖੀ ਹੈ, ਪਰ ਗੁਰੂ ਸਾਹਿਬ ਦੀ ਕਿਰਪਾ ਦੁੱਧ ਵੀ ਸ਼ੁੱਧ ਤੇ ਚੌਲ ਵੀ ਬਾਸਮਤੀ ਦੇ, ਰਿੰਨੀ ਹੋਈ ਖੀਰ, ਅੰਮ੍ਰਿਤ ਭਰਪੂਰ ਜਿਸ ਵਿੱਚ ਘਿਓ ਵੀ ਪਾਇਆ ਜਾਂਦਾ ਸੀ। ਜੋ ਰਾਤ ਦਾ ਦਹੀਂ ਜਮਾਇਆ ਹੁੰਦਾ ਉਹਨੂੰ ਮਾਤਾ ਜੀ ਰਿੜਕ ਕੇ ਜਿਹੜਾ ਵਿੱਚੋਂ ਘਿਓ ਨਿਕਲਦਾ ਉਹ ਸਬਜ਼ੀ ਭਾਜੀ ਵਿੱਚ ਵਰਤਣ ਤੋਂ ਬਾਅਦ ਜਿੰਨਾ ਵੀ ਬਚ ਜਾਂਦਾ ਉਹ ਸਭ ਖੀਰ ਵਿੱਚ ਪਾ ਦਿੱਤਾ ਜਾਂਦਾ। ਉਸ ਬਣੀ ਹੋਈ ਖੀਰ ਨੂੰ ਜਿਹੜੀ ਅੰਮ੍ਰਿਤ ਵੇਲੇ ਤੋਂ ਰਿੱਝਦੀ ਰਹਿੰਦੀ, ਗੁਰੂ ਕੀ ਸੰਗਤ ਛਕ ਕੇ ਬੜੀ ਆਨੰਦਿਤ ਹੁੰਦੀ। ਜਿੱਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਪੂਰਨ ਗੁਰਸਿੱਖ ਨਾਮ ਰਤੜੇ ਕਰਨੀ ਵਾਲੇ ਰਹਿੰਦੇ ਸਨ, ਉੱਥੇ ਇੱਕ ਆਦਮੀ ਬੁਰੀ ਆਦਤ ਵਾਲਾ ਸਿੱਖੀ ਦਾ ਲਿਬਾਸ ਧਾਰ ਕੇ ਆ ਗਿਆ। ਇਸ ਦਾ ਸੁਭਾਅ ਬਣ ਗਿਆ ਕਿ ਖੀਰ ਖਾਣ ਵੇਲੇ ਗੁਰੂ ਪੰਗਤ ਵਿੱਚ ਬੈਠ ਕੇ ਖੀਰ ਛਕ ਲੈਣੀ, ਪਰ ਬਾਅਦ 'ਚ ਆਪਣੀ ਕੋਠੜੀ ਦਾ ਦਰਵਾਜ਼ਾ ਬੰਦ ਕਰਕੇ ਨੀਂਦ ਦਾ ਸੁੱਖ ਲੈਂਦੇ ਰਹਿਣਾ। ਸਿਆਣਿਆਂ ਸਿੱਖਾਂ ਨੇ ਗੁਰੂ ਘਰ ਦੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਸ਼ਿਕਾਇਤ ਕੀਤੀ ਕਿ ਇੱਕ ਨਵਾਂ ਸਿੱਖ ਕੀਰਤਨ ਦੇ ਵਿੱਚ ਨਹੀਂ ਬੈਠਦਾ, ਲੰਗਰ ਦੀ ਕੋਈ ਵੀ ਸੇਵਾ ਨਹੀਂ ਕਰਦਾ। ਇਹ ਦੋਵੇਂ ਗੱਲਾਂ ਗੁਰਮਤਿ ਵਿਰੁੱਧ ਨੇ, ਇਸ ਦਾ ਭਲਾ ਕਿਵੇਂ ਹੋਵੇਗਾ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਸਿੱਖਾਂ ਤੋਂ ਸੁਣ ਕੇ ਉਸ ਖੀਰਖਾਨੇ ਸਿੱਖ ਨੂੰ ਜੋ ਕਿਹਾ ਉਹਦਾ ਵਰਣਨ ਭਾਈ ਸੰਤੋਖ ਸਿੰਘ ਜੀ ਨੇ ਇੰਜ ਕੀਤਾ ਹੈ। ਗੁਰ ਸੰਗਤ ਮਹਿ ਭਲੋ ਰਹਾਵਨਾ। ਇਹ ਭਾਈ ਗੁਰਮੁਖਾ, ਗੁਰੂ ਸੰਗਤ ਦੇ ਵਿੱਚ ਜਿਹੜਾ ਰਹਿਣਾ ਹੈ ਉਹ ਤਾਂ ਚੰਗਾ ਹੈ। ਭਜਨ ਟਹਿਲ ਕਰ ਕਾਲ ਬਿਤਾਵਨ। ਕਿ ਆਪਣਾ ਜਿਹੜਾ ਸਮਾਂ ਹੈ ਵੱਧ ਤੋਂ ਵੱਧ ਭਜਨ ਕਰਕੇ ਤੇ ਟਹਿਲ ਸੇਵਾ ਕਰਕੇ ਬਤੀਤ ਕਰੋ। ਜਿਹੜਾ ਗੁਰੂ ਕਾ ਲੰਗਰ ਹੁੰਦਾ ਹੈ ਉਹ ਉਹਨਾਂ ਸੰਗਤਾਂ ਵਾਸਤੇ ਹੁੰਦਾ ਹੈ ਜੋ ਆ ਕੇ ਕਥਾ ਕੀਰਤਨ ਕਰਦੀਆਂ ਸੁਣਦੀਆਂ, ਨਿਤਨੇਮ ਕਰਦੀਆਂ ਨੇ ਤੇ ਜਾਂ ਸੇਵਾ ਕਰਦੀਆਂ ਨੇ। ਤੇ 3 ਨੰਬਰ ਤੇ ਕੋਈ ਪਰਦੇਸੀ ਬੰਦਾ, ਲੋੜਵੰਦ ਬੰਦਾ, ਗਰੀਬ ਗੁਰਬਾ, ਅੱਤ ਦਾ ਮਜਬੂਰ ਬੰਦਾ ਹੀ ਆਪਦਾ ਘਰ ਛੱਡ ਕੇ ਤੇ ਗੁਰਦੁਆਰੇ ਆਉਂਦਾ ਹੈ ਤਾਂ ਇਸ ਵਾਸਤੇ ਉਹਦੇ ਵਾਸਤੇ ਹੈ। ਜਿਹੜਾ ਸੇਵਾ ਵੀ ਨਹੀਂ ਕਰਦਾ ਤੇ ਨਿਤਨੇਮ ਵੀ ਨਹੀਂ ਕਰਦਾ, ਸੰਗਤ ਨਹੀਂ ਕਰਦਾ, ਭਜਨ ਬੰਦਗੀ ਨਹੀਂ ਕਰਦਾ, ਉਹਦੇ ਵਾਸਤੇ ਜਿਹੜਾ ਗੁਰੂ ਕਾ ਲੰਗਰ ਹੈ ਉਹ ਨਹੀਂ ਹੈ। ਇਸ ਲਈ ਤੂੰ ਵੱਧ ਤੋਂ ਵੱਧ ਸਮਾਂ ਭਜਨ ਬੰਦਗੀ 'ਚ ਸੇਵਾ ਵਾਸਤੇ ਬਤੀਤ ਕਰਿਆ ਕਰ। ਬੈਠੇ ਦੇਹਾ ਕਾਜ ਕਿਸ ਆਏ। ਇਹ ਜਿਹੜੀ ਸਾਡੀ ਦੇਹ ਹੈ ਵੇਖੋ ਕਿੰਨੀ ਸੋਹਣੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ। ਇਹ ਬੈਠੇ ਬਿਠਾਏ ਕਿਸ ਕੰਮ ਆਵੇਗੀ। ਛੂ ਹੈ ਨ ਕੋਈ ਮਿਰਤ ਜਬ ਪਾਏ। ਅਸੀਂ ਆਪਣੀ ਦੇਹ ਦੀ ਸੇਵਾ ਕਰਦੇ ਰਹਿੰਦੇ ਆ। ਇੱਕ ਬੰਦੇ ਹੁੰਦੇ ਨੇ ਸਰੀਰ ਦੇ ਸੇਵਾਦਾਰ, ਇੱਕ ਹੁੰਦੇ ਨੇ ਬੱਚਿਆਂ ਦੇ ਸੇਵਾਦਾਰ, ਘਰ ਪਰਿਵਾਰ ਦੇ ਸੇਵਾਦਾਰ, ਤੇ ਇੱਕ ਹੁੰਦੇ ਨੇ ਗੁਰੂ ਜੀ ਦੇ ਸੇਵਾਦਾਰ। ਆਪਾਂ ਆਪਦੇ ਸਰੀਰ ਦੇ ਸੇਵਾਦਾਰ ਨਹੀਂ ਬਣਨਾ। ਤੇ ਬਾਲ ਬੱਚਾ ਪਰਿਵਾਰ ਤਾਂ ਵਾਹਿਗੁਰੂ ਵੱਲੋਂ ਸਭਨਾਂ ਦੀ ਪਰਵਰਿਸ਼ ਹੋ ਰਹੀ ਹੈ। ਜਿੰਨੀ ਕੁ ਜ਼ਿੰਮੇਵਾਰੀ ਹੈ
ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਰ ਜਿਹੜੀ ਸੇਵਾ ਹੈ ਇਹ ਤਾਂ ਗੁਰਦੁਆਰੇ ਦੀ ਸਫਲ ਹੈ। ਕੇਵਲ ਲਿਬਾਸ ਧਾਰਨ ਨਾਲ ਸਿੱਖੀ ਨਹੀਂ ਹੁੰਦੀ ਹੈ। ਜਦ ਸਰੀਰ ਮਰ ਜਾਵੇ ਤਾਂ ਸਰੀਰ ਨੂੰ ਕੋਈ ਹੱਥ ਤੱਕ ਨਹੀਂ ਲਾਉਂਦਾ। ਜੇ ਕੋਈ ਲਾ ਵੀ ਦੇਵੇ ਮੁੜ ਕੇ ਕੇਸੀ ਇਸ਼ਨਾਨ ਕਰਕੇ ਕੱਪੜੇ ਸੁੱਟ ਦੇਈਦੇ ਨੇ, ਧੋ ਸਾਫ਼ ਕਰਕੇ ਫਿਰ ਆਪਾਂ ਧਾਰਨ ਕਰਦੇ ਹਾਂ। ਸਿੱਖੀ ਤਾਂ ਕਰਨੀ ਨਹੀਂ ਹੁੰਦੀ ਹੈ। ਸਿੱਖੀ ਦੇ ਮੂਲ ਸਿਧਾਂਤ ਤਾਂ ਸੇਵਾ ਤੇ ਸਿਮਰਨ ਨੇ। ਤੂੰ ਤਾਂ ਦੋਹਾਂ ਤੋਂ ਹੀ ਵਾਂਝਾ, ਇਸ ਲਈ ਜੇ ਸਿਮਰਨ ਨਹੀਂ ਹੁੰਦਾ ਤਾਂ ਸੇਵਾ ਜ਼ਰੂਰ ਕਰਿਆ ਕਰ। ਅੱਗੋਂ ਰੁੱਖੇ ਸ਼ਬਦਾਂ 'ਚ ਬੋਲਿਆ ਕਿ ਮੈਂ ਤੁਹਾਡੇ ਜੱਟਾਂ ਦੀ ਆਖੇ ਲਾ ਕੇ ਸੇਵਾ ਨਹੀਂ ਕਰਨੀ ਕੋਨੀ। ਜੇ ਗੁਰੂ ਸਾਹਿਬ ਜੀ ਖੁਦ ਮੈਨੂੰ ਆਪ ਕਹਿਣਗੇ ਤਾਂ ਮੈਂ ਸੇਵਾ ਕਰਾਂਗਾ। ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਉਸ ਦੀ ਮੂਰਖਤਾ ਦੇ ਬਚਨ ਸੁਣ ਕੇ ਚੁੱਪ ਕਰਕੇ ਵੀ ਇਹਦੇ ਕਰਮ ਹੀ ਇਸ ਤਰ੍ਹਾਂ ਦੇ ਨੇ, ਖਿਮਾ ਕਰ ਦਿੱਤਾ ਕਿ ਇਹਦਾ ਕੋਈ ਮਾੜਾ ਕਰਮ ਇਹਦੇ ਅੱਗੇ ਆ ਰਿਹਾ ਹੈ। ਬਾਬਾ ਬੁੱਢਾ ਸਾਹਿਬ ਨੇ ਬਚਨ ਕਹਿਣ ਤੋਂ ਸੰਕੋਚ ਕੀਤਾ। ਲਗਾਤਾਰ ਫਿਰ 6 ਮਹੀਨੇ ਲੰਘ ਗਏ। ਇਹ ਆਪਣੇ ਸੁਭਾਅ ਅਨੁਸਾਰ ਸੁੱਤਾ ਪਿਆ ਸੀ। ਇੱਕ ਦਿਨ ਕੁਦਰਤੀ ਐਸਾ ਸਮਾਂ ਆ ਗਿਆ ਇਹ ਲੰਗਰ ਛਕਣ ਲਈ ਸੰਗਤਾਂ ਦੀ ਪੰਗਤ ਲੱਗ ਗਈ। ਸੰਗਤ ਵਿੱਚ ਗੁਰੂ ਜੀ ਦਾ ਆਸਣ ਕੁਦਰਤੀ ਉਸ ਸਥਾਨ ਦੀ ਲਗਾ ਦਿੱਤਾ ਜਿਸ ਦੇ ਸਾਹਮਣੇ ਵਾਲੀ ਕੋਠੜੀ ਵਿੱਚ ਇਹ ਖੀਰਖਾਨਾ ਸਿੱਖ ਸੁੱਤਾ ਪਿਆ ਸੀ। ਜਦ ਸਤਿਗੁਰੂ ਜੀ ਆਪਣੇ ਆਸਣ ਦੇ ਬਿਰਾਜ ਗਏ ਤਾਂ ਸਿਆਣੇ ਸਿੱਖ ਸੰਗਤ ਸਮੇਤ ਉੱਚੀ ਆਵਾਜ਼ ਵਿੱਚ ਸ਼ਬਦ ਪੜ੍ਹਨ ਲੱਗ ਪਏ। ਸ਼ਬਦ ਦੀ ਆਵਾਜ਼ ਸੁਣ ਕੇ ਇਹ ਖੀਰਖਾਨਾ ਸਿੱਖ ਵੀ ਅੱਖਾਂ ਮਲਦਾ ਉਬਾਸੀਆਂ ਲੈਂਦਾ ਸੰਗਤ ਵੱਲ ਤੁਰ ਪਿਆ। ਤਾਂ ਸਾਹਮਣੇ ਗੁਰੂ ਸਾਹਿਬ ਜੀ ਬੈਠੇ ਨਜ਼ਰ ਆਏ। ਮੱਥਾ ਤਾਂ ਹੁਣ ਟੇਕਣਾ ਪੈਣਾ ਸੀਗਾ। ਦੀਵਾਨ 'ਚ ਤਾਂ ਕਦੀ ਜਾ ਕੇ ਟੇਕਿਆ ਨਹੀਂ ਸੀ। ਸਤਿਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕਿਆ। ਅੰਤਰਜਾਮੀ ਸਤਿਗੁਰੂ ਜੀ ਜਾਣਦੇ ਭਾਵੇਂ ਪਹਿਲਾਂ ਵੀ ਸਨ ਸਭ ਕੁਝ, ਪਰ ਉਹਨੂੰ ਖਿਮਾ ਕਰਦੇ ਰਹੇ, ਪ੍ਰਗਟ ਨਹੀਂ ਕੀਤਾ। ਅੱਜ ਸੰਗਤ ਵਿੱਚ ਜਦ ਸਾਰਿਆਂ ਦੇ ਸਾਹਮਣੇ ਆਇਆ, ਮਹਾਰਾਜ ਨੇ ਕੁਦਰਤੀ ਪੁੱਛਿਆ, ਕਹਿੰਦਾ ਕਿੱਥੇ ਰਹਿੰਦਾ ਸਿੱਖਾ ਭਾਈ, ਕੀ ਸੇਵਾ ਨਿਭਾਉਂਦਾ ਹੈ? ਇਹਨੇ ਕਿਹਾ ਸਤਿਗੁਰੂ ਜੀ 6 ਮਹੀਨੇ ਤੋਂ ਮੈਂ ਆਪ ਜੀ ਦੇ ਚਰਨਾਂ 'ਚ ਰਹਿੰਦਾ ਹਾਂ। ਮਹਾਰਾਜ ਕਹਿੰਦੇ ਕਦੀ ਵੇਖਿਆ ਤਾਂ ਹੈ ਨਹੀਂ ਤੈਨੂੰ, ਨਾ ਕਦੀ ਸੰਗਤ 'ਚ ਬੈਠਾ ਦੇਖਿਆ, ਨਾ ਕਦੀ ਲੰਗਰ 'ਚ ਦੇਖਿਆ, ਨਾ ਕੋਈ ਸੇਵਾ ਕਰਦਾ ਦੇਖਿਆ, ਤੇ ਤੂੰ ਕਰਦਾ ਕੀ ਹੁੰਨਾ? ਕਹਿੰਦਾ ਜੀ ਮੈਨੂੰ ਸਿੱਖਾਂ ਨੇ ਕਿਹਾ ਤਾਂ ਸੀ ਕਿ ਸੇਵਾ ਕਰਿਆ ਕਰ। ਮੈਂ ਪਰ ਤੁਹਾਡਾ ਆਗਿਆਕਾਰੀ ਸਿੱਖਾਂ ਦਾ ਨਹੀਂ। ਮੈਂ ਨਹੀਂ ਕਿਸੇ ਨੂੰ ਮੰਨਦਾ ਮੁੰਡਾ ਤੁਹਾਥੋਂ ਬਗੈਰ, ਹੋਰ ਮੈਂ ਕਿਸੇ ਦੀ ਆਖੇ ਨਹੀਂ ਕੁਝ ਕੀਤਾ, ਤੇ ਆਪ ਜੀ ਨੇ ਕੋਈ ਸੇਵਾ ਮੈਨੂੰ ਦੱਸੀ ਨਹੀਂ, ਇਸ ਲਈ ਮੈਂ ਕੋਈ ਸੇਵਾ ਨਹੀਂ ਕੀਤੀ। ਤਾਂ ਗੁਰੂ ਮਹਾਰਾਜ ਉਹਨੂੰ ਕਹਿਣ ਲੱਗੇ ਕਿ ਹੇ ਗੁਰਮੁਖਾ, ਕਹਿਣ ਲੱਗਿਓ ਗੁਰਬਾਕ ਕਹਸ ਜਿਮਾ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਬਚਨ ਆਖੋਗੇ, ਟਹਿਲ ਕਰੋ ਤਿਸ ਕਾਲ ਭਲੀ ਤੈਮਾ। ਇਸੇ ਪ੍ਰਕਾਰ ਮੈਂ ਉਸੇ ਤਰ੍ਹਾਂ ਹੀ ਟਹਿਲ ਸੇਵਾ ਕਰਾਂਗਾ। ਕਹਿਓ ਪਰ ਕੋ ਮਾਨਾ ਨਾਹੀ, ਮੈਂ ਕਿਸੇ ਹੋਰ ਦਾ ਕਿਹਾ ਨਹੀਂ ਮੰਨਾਂਗਾ। ਯਹ ਨਿਚੈ ਮੇਰੇ ਮਨ ਮਾਹੀ, ਇਹ ਮੇਰੇ ਮਨ ਦੇ ਵਿੱਚ ਨਿਸ਼ਚਾ ਹੈ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੇ ਭਾਈ ਸਿੱਖ, ਹੁਣ ਮੈਂ ਤੈਨੂੰ ਕੀ ਸੇਵਾ ਦੱਸਾਂ? ਜਦ ਮੈਂ ਸੇਵਾ ਦੱਸੀ ਸੀ ਉਦੋਂ ਤਾਂ ਤੂੰ ਕੀਤੀ ਨਹੀਂ ਸੀ। ਤਾਂ ਸਿੱਖ ਨੇ ਕਿਹਾ, ਮਹਾਰਾਜ ਜੀ ਕਿਵੇਂ ਹੋ ਸਕਦਾ ਕਿ ਮੈਂ ਨਾ ਭੁੱਲਦਾ ਹੋਵਾਂ? ਆਪ ਜੀ ਨੇ ਸੇਵਾ ਦੱਸੀ ਹੋਵੇ ਤੇ ਮੈਂ ਕਰਾਂ ਨਾ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਪ੍ਰਭ ਜੀ ਵਸਿਆ ਹੈ ਸਾਧ ਕੀ ਰਸਨਾ। ਸਿੱਖਾਂ ਦੀ ਰਸਨਾ ਦੁਆਰਾ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜੀ ਦੀ ਰਸਨਾ ਤੇ ਬਹਿ ਕੇ ਮੈਂ ਹੀ ਤੈਨੂੰ ਸੇਵਾ ਦੱਸੀ ਸੀ, ਪਰ ਤੂੰ ਸਮਝਿਆ ਨਹੀਂ, ਪ੍ਰਮਾਨ ਨਹੀਂ ਕੀਤੀ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ। ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦਾ ਹੈ। ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਜੋ ਵੀ ਸਿੱਖਾਂ ਨੂੰ ਚੰਗਾ ਲੱਗਦਾ ਹੈ,
क्योंकि ब्रह्म ज्ञानी ते किश बुरा ना भया। ब्रह्म ज्ञानी तो कुछ बुरा हुंदा ही नहीं, ਉਹਦੇ ਕੋਲ ਸਾਰਾ ਕੁਝ ਭਲਾ ਹੀ ਹੁੰਦਾ। ਇਸ ਲਈ ਗੁਰੂ ਜੀ ਨੂੰ ਵੀ ਉਹੀ ਪ੍ਰਮਾਣ ਹੈ। ਸਿੱਖਾਂ ਵਿੱਚ ਵੀ ਗੁਰੂ ਵਰਤਦਾ ਹੈ। ਹੁਣ ਤੂੰ ਕੀ ਸੇਵਾ ਕਰੇਗਾ? ਤੇਰੀ ਜ਼ਿੰਦਗੀ 8 ਪੈਰ ਦੀ ਰਹਿ ਗਈ, ਮੈਂ ਕੀ ਤੈਨੂੰ ਦੱਸਾਂ। ਸਤਿਗੁਰੂ ਜੀ ਨੇ ਕਿਹਾ, ਸਿੱਖਾ ਜੋ ਵੀ ਮੇਰੇ ਕੋਲ ਆਉਂਦਾ ਹੈ ਮੈਂ ਉਸ ਦਾ ਭਲਾ ਕਰਨਾ ਚਾਹੁੰਦਾ ਹਾਂ, ਪਰ ਜਦੋਂ ਸਿੱਖ ਹੀ ਭਲਾ ਨਾ ਕਰਾਉਣਾ ਚਾਹੁੰਦਾ ਹੋਵੇ ਤਾਂ ਗੁਰੂ ਦੱਸ ਕੀ ਕਰ ਸਕਦਾ ਹੈ। फिर गुरु जी के चरण फड़ के कहने लगा, महाराज मेरे ते दया करो। गुरु जी ने क्या सिखा, फिर वचन मनना पवेगा। इन्हें काली नाल कह दिता भी हाँ जी हुक्म करके तो देखो मैं मनने लई तैयार बैठा। तो गुरु जी ने कहा कि हुण दा तेरे भले दा कोई उपाय है भी हुण गुरुद्वारा छड्ड दे। तेरे कर्मां च जो कुछ लिखिया सी सो तू खा पका लिया, हुण तू जंगल नूं चला जा। जंगल विच जाके ते उत्थे लकड़ां इकट्ठियां कर, अपनी चिखा खुद आप बना ते आप ही उन्होंने अग ला के मार के छाल उहदे च भस्म हो जा। तेरी कल्याण इसे विच ही है, असीं तैनूं मुक्त कर देंगे जे तू साडा वचन मन के जिउंदा सड़ मरेगा। अगर तू ये वचन मनना कीता तां असीं गुरु नानक साहब नूं सिफारिश पा के तेरा भला करांगे। गुरु नानक साहब आप कृपा करनगे, गुरता गद्दी तो भजन हो रहा, तू नरकां नूं नहीं जाएगा। तेरे सारे जिन्ने भी कर्म ने धोते जाणगे, क्योंकि जिन्हां दा खाधा है तिल फुल गुरु घर दे विच आया ते लेखा देना पैंदा। इसलिए कुछ ना कुछ तो हुण काम करना पऊगा, तां ही कर्म सड़नगे। ये 7 वचन कह के महाराज नूं मत्था टेक के जंगल वालों तुर पिया, पर मन च गुस्सा बड़ा आया। कहंदा जांदा इन्हां जट्टां ने मैनूं खीर खांदे नूं जरिया नहीं है, ते वेखो शिकायतां ला ला के सतगुरां दे पासों ये वचन करवा के मैनूं कढ़वा दिता है। सिखा ने पता नहीं किहड़े जन्म दा मेरे को बदला लिया, जिहड़ा गुरु जी तो ऐसा कठोर वचन करवा दिता। अज तक किसी सिख नूं महाराज ने इंज तो कदी भी नहीं आख्या कि सड़ के मर जा। मैनूं क्यों आख्या? ये सारा काम बाबे बुढ़े का होगा। इयों बेसदका जिहा हो गया। सिक्खी भरोसे दी है, भरोसा गया तो सिक्खी भी गई। सिख का भला नहीं हुंदा। हुणे बेसदका सिख जिन्हें चिखा भी बना लई, चिखा नूं अग भी ला लई, पर सड़न का हौसला कौन करे? जे तां सेवा करके मन पक्का किया हुंदा, वचन का फिर ही मन्निया जाना सीगा। सेवा तो की नहीं, वचन हुण कौन मन्ने? वचन मन्ना किहड़ा सौखा है? आले दुआले घूमना शुरू कर दिता है। जिवें जिवें सेक वधदा गया तिवें तिवें दूर नूं भजदा गया। उधर एक चोरी करके चोर जिहदा इतिहास च नाम मेरा लिखिया, मेरा धाड़वी, वो चोरी करके धन लैके सिपाहियों तो बचन लई दौड़िया आ रहा सी। जदों बलदी चिखा उन्हें वेखी, मेरे धाड़वी ने सोचिया कि बेचारे का कोई संबंधी मर गया होगा। हमदर्दी करने लई कोल खड़ गया, पूछा भी कौन मर गया, बड़ा माड़ा होया। ये भाई पहरावे तू गुरु जी का सिख लगदा, तेरा किहड़ा संबंधी प्यारा जिहड़ा चढ़ाई कर गया? मेरे समझ नहीं आ रहा कि तू अकेला ही इहदा संस्कार क्यों कर रहा? संस्कार लई तां काफ़ी लोग हुंदे ने। अगों खीर खाना सिख बोलिया कि जिहदी चिखा मच रही है वो चिखा विच है ही नहीं, बल्कि तेरे सामने चिखा तो बाहर खड़ा है। मतलब चिखा मेरी भी मच रही है, ये चिखा मैं अपने साड़न लई बाली हुई है। मेरा ताड़ भी होर हैरान हो गया, भी चंगा बंदा। पुछन लगा कि सड़ के क्यों मरना चाहता है? ये शरीर सड़ के मरन वास्ते तो है नहीं। सिख ने कहा भी यही तो सोच के मैं चक्कर कढ़ रहा भी चंगा भला मेरा शरीर है, मैनू क्यों साड़ा? भाई मेरे नाल तां मेरे गुर भाइयों ने बुरी कराई है, जिहड़े गुरु जी के सेवादार जथेदार ने उन्हें मेरे नाल ईर्खा की। मेरी शिकायत गुरु जी को ला के मैनू सड़ के मरन का हुक्म गुरु जी को करवा दिता।
ਤੇ ਨਾਲ ਹੀ ਕਹਿ ਦਿੱਤਾ ਕਿ ਤੇਰੀ ਇਹਦੇ ਵਿੱਚ ਹੀ ਕਲਿਆਣ ਹੈ। ਉਸ ਮੇਰੇ ਧਾੜਵੀ ਦੇ ਕੋਈ ਪੂਰਬਲੇ ਭਾਗ ਜਾ ਗਿਆ ਸੀ ਤਾਂ ਉਹ ਚੋਰ, ਤੇ ਕੀਮਤਾਂ ਕਿਹੜੇ ਵੇਲੇ ਕਿਰਪਾ ਹੋ ਜਾਣੀ। ਕਹਿਣ ਲੱਗਾ ਕਿ ਹੇ ਸਿੱਖਾ, ਜੇ ਤੇਰਾ ਮਰਨ ਨੂੰ ਜੀ ਨਹੀਂ ਕਰਦਾ ਤਾਂ ਤੇਰੀ ਗੱਲ ਸੁਣ ਕੇ ਮੇਰਾ ਮਨ ਮਰਨ ਲਈ ਤਿਆਰ ਹੋ ਗਿਆ। ਜ਼ਰੂਰ ਪੁਲਿਸ ਵਾਲਿਆਂ ਦੇ ਢਕੇ ਆ ਕੇ ਕੁੱਟ ਖਾ ਖਾ ਮਰਨਾ ਤੇ ਮਾਰ ਮੈਨੂੰ ਦੇਣਾ ਉਹਨਾਂ ਨੇ, ਫਾਂਸੀ ਤੇ ਚੜ੍ਹ ਕੇ ਮਰੂੰਗਾ। ਗੁਰੂ ਜੀ ਦੇ ਬਚਨ ਦੀ ਬਰਕਤ ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਧੋ ਦੇਵੇਗੀ। ਮੇਰੇ ਕੋਲ ਆ ਧਨ ਦੀ ਗਠੜੀ ਹੈ, ਵੀਰ ਬਣ ਕੇ ਆ ਲੈ ਲਾ, ਜੋ ਤੇਰੇ ਪੁੱਤ ਪੋਤਰਿਆਂ ਤੱਕ ਮੁੱਕੇਗੀ ਨਹੀਂ। ਤੂੰ ਖਡੂਰ ਸਾਹਿਬ ਵੱਲ ਇੱਕ ਵਾਰ ਮੂੰਹ ਕਰਕੇ ਗੁਰੂ ਅੰਗਦ ਦੇਵ ਜੀ ਦਾ ਧਿਆਨ ਧਾਰ ਕੇ ਹੱਥ ਜੋੜ ਕੇ ਕਹਿ ਦੇ, ਹੇ ਸ੍ਰੀ ਗੁਰੂ ਅੰਗਦ ਦੇਵ ਜੀ, ਜਿਹੜਾ ਬਚਨ ਤੁਸੀਂ ਮੈਨੂੰ ਕੀਤਾ ਇਹ ਮੈਂ ਮੇਰੇ ਧਾੜਵੀ ਨੂੰ ਅਰਦਾਸ ਕਰ ਰਿਹਾ ਹਾਂ। ਉਹਦੇ ਲਈ ਕਹਿ ਦੇ ਵੀ ਉਹਦਾ ਫਲ ਮੇਰੇ ਧਾੜਵੀ ਨੂੰ ਮਿਲੇ ਜੋ ਤੁਸਾਂ ਨੇ ਬਚਨ ਕੀਤਾ। ਮੈਂ ਗੁਰੂ ਜੀ ਦੇ ਬਚਨ ਅਨੁਸਾਰ ਮਰਾਂਗਾ। ਜਿਹੜੀ ਬਖਸ਼ਿਸ਼ ਮਹਾਰਾਜ ਨੇ ਤੈਨੂੰ ਬਚਨ ਦੇ ਵਿੱਚ ਕੀਤੀ ਹੈ ਉਹ ਮੇਰੇ ਕੋਲ ਆ ਜਾਏ, ਇਹ ਅਰਦਾਸ ਕਰਦੇ। ਸਿੱਖ ਨੇ ਸਾਧ ਸੰਗਤ ਜੀਓ, ਉਹ ਧਨ ਪਦਾਰਥ ਦੇ ਲਾਲ ਵਿੱਚ ਆ ਕੇ ਸੀ ਤਾਂ ਲਾਲਚੀ ਬੰਦਾ, ਕੇਵਲ ਖਾਣ ਪੀਣ ਲਈ ਆਇਆ ਸੀ ਗੁਰੂ ਘਰ। ਤੋ 5 ਪ੍ਰਕਾਰ ਦੀ ਸਿੱਖੀ, ਇੱਕ ਭੇਖ ਦੀ, ਇੱਕ ਵੇਖਾ ਵੇਖੀ ਦੀ, ਇੱਕ ਹਿਰਸ ਦੀ, ਇਹਦੀ ਲਾਲਚ ਦੀ ਸਿੱਖੀ ਸੀਗੀ। ਖਾਣ ਦਾ ਲਾਲਚ ਸੀ, ਪਹਿਨਣ ਭੋਗਣ ਦਾ ਲਾਲਚ ਸੀਗਾ। ਜਿਹਦੇ ਕਰਮਾਂ 'ਚ ਮੁਫਤ ਦੀਆਂ ਲਿਖੀਆਂ ਜਾਣ ਉਹ ਕਰਕੇ ਕਿੱਥੋਂ ਖਾ ਸਕਦਾ। ਤੋ 2 ਪ੍ਰਕਾਰ ਦੀ ਸਿੱਖੀ, ਸਿਦਕ ਤੇ ਪਿਆਰ ਦੀ ਸਿੱਖੀ ਪ੍ਰਵਾਨ ਹੈ। ਇਸ ਲਈ ਸੋ ਇਹ ਲਾਲਚੀ ਸਿੱਖ ਸੀਗਾ। ਇਹਨੇ ਧਨ ਦੇ ਬਦਲੇ ਗੁਰੂ ਮਹਾਰਾਜ ਦੇ ਬਚਨ ਨੂੰ ਵੇਚ ਦਿੱਤਾ। ਵੇਚਣੀ ਤਾਂ ਪੋਥੀ ਵੀ ਨਹੀਂ ਚਾਹੀਦੀ, ਗੁਟਕਾ ਵੀ ਨਹੀਂ ਚਾਹੀਦਾ, ਕੋਈ ਵੀ ਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਵੇਚਣੀ ਇੱਕ ਬਹੁਤ ਵੱਡਾ ਗੁਨਾਹ ਤੇ ਪਾਪ ਹੈ। ਜਿਸ ਤਰ੍ਹਾਂ ਮਿਲੀ ਹੋਵੇ ਉਸੇ ਤਰ੍ਹਾਂ ਹੀ ਅੱਗੇ ਉਹ ਨਰਤ ਦੇ ਦੇਣੀ ਚਾਹੀਦੀ ਹੈ, ਜੇ ਗਾਂ ਦੇਣੀ ਵੀ ਪਵੇ। ਸੋ ਮੇਰੇ ਧਾੜਵੀ ਨੇ ਹੱਥ ਜੋੜ ਕੇ ਕਿਹਾ ਕਿ ਸਤਿਗੁਰੂ ਜੀ, ਮੈਂ ਤੁਹਾਡੇ ਬਚਨ ਦੇ ਭਰੋਸੇ ਆਪਣਾ ਸਰੀਰ ਸਾੜਨ ਲੱਗਾ, ਅੱਗੇ ਪਰਲੋਕ ਵਿੱਚ ਮੇਰੀ ਰੱਖਿਆ ਕਰਨੀ। ਇਹ ਕਹਿ ਕੇ ਚਿਖਾ ਛਾਲ ਮਾਰ ਦਿੱਤੀ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ। ਸੁਰਪੁਰ ਤੇ ਬਿਬਾਨ ਚਲ ਆਵਾ, ਤਾਂ ਸੱਚਖੰਡ ਦੇ ਵਿੱਚੋਂ ਬਿਬਾਨ ਚੱਲ ਕੇ ਆਇਆ। ਉਡਣ ਖਲੋਟੋਲਾ, ਹੈਲੀਕਾਪਟਰ, ਹਵਾਈ ਜਹਾਜ਼ ਕਹਿ ਲਓ। ਹੈਲੀਕਾਪਟਰ, ਹਵਾਈ ਜਹਾਜ਼ ਤਾਂ ਪੈਟਰੋਲੀਅਮ ਆਦਿਕ ਪੀਂਦਾ, ਡਰਾਈਵਰ ਚਲਾਉਂਦਾ, ਪਰ ਇਹ ਜਿਹੜਾ ਹੈ ਇਹ ਵਾਹਿਗੁਰੂ ਦੀ ਬਖਸ਼ਿਸ਼ ਵਾਲਾ, ਬਿਨਾਂ ਹੀ ਕਿਸੇ ਸਾਧਨ ਤੋਂ ਤੇ ਰੱਬ ਦੀ ਸ਼ਕਤੀ ਨਾਲ ਹੀ ਚੱਲਦਾ। ਮਹਾਰਾਜ ਆਪਦੇ ਪਿਆਰੇ ਸਿੱਖਾਂ ਨੂੰ ਭੇਜਦਾ ਲੈਣ ਲਈ। ਉਹ ਚੱਲ ਕੇ ਆਇਆ। ਸਾਂਤਰ ਕਹਿ ਕੇ ਤੁਰਤ ਚੜਾਵਾ, ਬੜੇ ਸਤਿਕਾਰ ਨਾਲ ਕਹਿ ਕੇ ਕਿ ਆਓ ਭਾਈ ਸਿੱਖੋ ਆਓ। ਉਹਨੂੰ ਦੇਵਤਿਆਂ ਨੇ ਫੜ ਕੇ ਤੇ ਉਸ ਉੱਡਣ ਖਟੋਲੇ ਤੇ ਉਸ ਵਿਭਾਨ ਦੇ ਉੱਪਰ ਚੜਾਇਆ। ਸੋਖੇ ਅਨੰਤ ਮੈਂ ਜਾਏ ਰਹਿਓ ਹੈ, ਬੇਅੰਤ ਸੁੱਖਾਂ ਵਾਲੇ ਅਸਥਾਨ ਤੇ ਜਿੱਥੇ ਹਰਖ ਅਨੰਤ ਬੇਅੰਤ ਖੁਸ਼ੀਆਂ ਨੇ। ਸੋਗ ਨਹੀਂ ਬੀਆ, ਦੂਜੇ ਸੋਗ ਦਾ ਤਾਂ ਨਾਮੋ ਨਿਸ਼ਾਨ ਤੱਕ ਨਹੀਂ ਹੈ। ਸੋ ਘਰ ਗੁਰੂ ਨਾਨਕ ਹੋਦੀਆ, ਉਹ ਜਿਹੜਾ ਘਰ ਸੱਚਖੰਡ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਮਹਾਰਾਜ ਨੇ ਬਖਸ਼ਿਆ, ਉੱਥੇ ਚਲਾ ਗਿਆ। ਗੁਰ ਬਚ ਤੇ ਅੰਗ ਦੇਹ ਦਹਿਓ ਹੈ, ਕਿਉਂਕਿ ਮੇਰੇ ਧਾੜਵੀ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਨਾਲ ਆਪਦੇ ਸਰੀਰ ਨੂੰ ਸਾੜਿਆ। ਗੁਰੂ ਬਚਨ ਪਰ ਜਿਹ ਪਰਤੀਤਾ, ਜਿਸ ਦਾ ਕਿ ਗੁਰੂ ਸਾਹਿਬ ਦੇ ਬਚਨਾਂ ਦੇ ਉੱਪਰ ਭਰੋਸਾ ਹੈ। ਐਸਾ ਮਿਲ ਹੈ ਉੱਚੋ ਪਦ ਨੀਤਾ, गुर कै गृह सेवक जो रहे, गुर की आज्ञा मन में सह, आपस को कर कश न जनावे, हर हर नाम हृदय सत्य आवे, मन बेचे सतगुर के पास, ते सेवक के कारज रास। सेवा करत हुए ने कामी, तिसको होत प्राप्त स्वामी, आपस को कर कश न जनावे, हर हर नाम हृदय सत्य आवे। जिहड़ा निम्रता रख के महाराज की सेवा करता,
ਬਚਨ ਮੰਨਣ ਦੀ ਸਭ ਤੋਂ ਉੱਤਮ ਸੇਵਾ, ਉਹਨੂੰ ਨੀਵੇਂ ਤੋਂ ਉੱਚਾ ਪਦਵੀ ਮਿਲ ਜਾਂਦੀ। ਇੱਥੇ ਤਾਂ ਸਾਧ ਸੰਗਤ ਜੀ ਉਹ ਗੁਰ ਪ੍ਰਤਾਪ ਦੇ ਕਰਤਾ ਕਵੀ ਭਾਈ ਸੰਤੋਖ ਸਿੰਘ ਦੀਆਂ ਪੰਕਤੀਆਂ ਨੇ ਜੋ ਲਿਖੀਆਂ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਪੜ੍ਹ ਕੇ ਸੁਣਾਈਆਂ ਨੇ। ਅਸੀਂ ਜੋ ਪ੍ਰਚਾਰਕ ਕਥਾਵਾਚਕ ਲੋਕ ਆ ਆਪਣੇ ਕੋਲੋਂ ਨਹੀਂ ਬੋਲ ਸਕਦੇ। ਟਕਸਾਲ ਦੇ ਵਿੱਚ ਸਿਖਾਇਆ ਜਾਂਦਾ ਹੈ, ਕਈ ਵਾਰ ਸੈਕਟਰੀ ਸਪੀਚ ਵਿੱਚ ਕਹਿ ਦਿੰਦਾ ਕਿ ਗਿਆਨੀ ਸਿੰਘ ਆਪਣੇ ਵਿਚਾਰ ਪੇਸ਼ ਕਰਨਗੇ। ਸਟੇਜ ਦੇ ਉੱਪਰ ਬਹਿ ਕੇ ਗੁਰਦੁਆਰੇ ਦੇ ਸਪੀਕਰ ਗੁਰੂ ਜੀ ਦੀ ਸਟੇਜ ਉੱਪਰ ਬਹਿ ਕੇ ਕਦੀ ਵੀ ਆਪਣੇ ਵਿਚਾਰ ਨਹੀਂ ਦੇਈਦੇ ਵੀ ਮੇਰਾ ਮਨ ਕੀ ਕਹਿੰਦਾ। ਵਿਚਾਰ ਹੁੰਦੀ ਹੈ ਗੁਰਮਤਿ ਦੀ, ਜੋ ਗੁਰਬਾਣੀ ਦੇ ਮੁਤਾਬਕ ਹੋਵੇ ਤੇ ਗੁਰ ਇਤਿਹਾਸ ਦੇ ਜੋ ਕੁਛ ਪੰਨਿਆਂ ਦੇ ਉੱਪਰ ਲਿਖਿਆ ਹੋਇਆ ਗੁਰਮੁਖ ਪਿਆਰਿਆਂ ਨੇ ਉਹਦਾ ਹਵਾਲਾ ਦੇ ਕੇ ਸਾਧ ਸੰਗਤ ਜੀ ਗੁਰਮਤਿ ਵਿਚਾਰ ਕੀਤੀ ਜਾਂਦੀ ਹੈ। ਆਪਣੇ ਵੱਲੋਂ ਸਾਡਾ ਕੋਈ ਡਿਸੀਜਨ ਨਹੀਂ ਹੁੰਦਾ। ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਵੀ ਮੇਰਾ ਧਾੜ ਵੀ ਸੱਚਮੁੱਚ ਹੀ ਉਹ ਚੜ੍ਹਾਈ ਕਰ ਗਿਆ ਜਿਉਂਦਾ ਛੱਡ ਕੇ, ਕਿਉਂਕਿ ਜੋ ਗਿਆਨੀ ਗਿਆਨ ਸਿੰਘ ਜੀ ਹਨ ਤਵਾਰੀਖ ਗੁਰੂ ਖਾਲਸਾ ਦੇ ਕਰਤਾ, ਉਹਨਾਂ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਮੇਰੇ ਧਾੜਵੀ ਬਾਬਤ ਹੀ ਲਿਖਿਆ ਹੋਇਆ ਕਿ ਜਿਹਦੀ ਮੌਤ ਆਈ ਸੀ ਉਹ ਤਾਂ ਬਾਹਰ ਖੜਾ ਸੀਗਾ। ਮੌਤ ਆਈ ਸੀ ਸਿੱਖ ਦੀ ਖੀਰਖਾਨੇ ਦੀ, ਤੇ ਇਹ ਮੇਰੇ ਧਾੜਵੀ ਦੀ ਮੌਤ ਆਈ ਨਹੀਂ ਸੀਗੀ। ਹੁਣ ਬਾਣੀ ਵਿੱਚ ਲਿਖਿਆ ਹੋਇਆ ਕਿ ਜਿੰਨਾ ਚਿਰ ਸਵਾਸ ਨਹੀਂ ਪੂਰੇ ਹੁੰਦੇ ਮੌਤ ਨਹੀਂ ਆਉਂਦੀ ਉਹਨਾਂ ਚਿਰ ਬੰਦਾ ਮਰਦਾ ਨਹੀਂ। ਗਨ ਕਾਲੇ ਸਭ ਦਿਵ ਸਾਸ ਬੜਨ ਕੜਨ ਦਿਲ ਨੇ ਬੜਨ ਕੜਨ ਦਿਲ ਸਾਰ ਜੀਵਨ ਲੋਰ ਹੈ ਪਰਮ ਉਹ ਨਾਨਕ ਦੇਵ ਗਵਾਰ। ਜਿਹਦੀ ਆਈ ਆ ਉਹਨੂੰ ਬਚਾ ਨਹੀਂ ਸਕਦਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਮੇਰੇ ਧਾੜਵੀ ਨੇ ਛਾਲ ਤਾਂ ਮਾਰ ਦਿੱਤੀ ਪਰ ਉਹਦਾ ਧਿਆਨ ਗੁਰੂ ਜੀ ਦੇ ਚਰਨਾਂ ਖਡੂਰ ਸਾਹਿਬ ਸੀਗਾ। ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ, ਉਹਨੂੰ ਅੱਗ ਦਾ ਸੇਕ ਨਹੀਂ ਲੱਗਾ, ਸਾਰੀ ਅੱਗ ਬੁਝ ਗਈ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਸਾਖੀ ਪ੍ਰਸਿੱਧ ਹੈ ਕਿ ਉਹਦੀ ਭੂਆ ਖੋਲਕਾਂ ਦਾ ਸੜ ਗਈ ਸੀਗੀ ਪਰ ਪ੍ਰਹਿਲਾਦ ਨੂੰ ਆਂਚ ਨਹੀਂ ਆਈ। ਧੰਨ ਬਾਬਾ ਵਿਧੀ ਚੰਦ ਬਾਰੇ ਵੀ ਤੁਸੀਂ ਜਾਣਦੇ ਹੋ ਸਾਰੇ। ਗੁਰਦੁਆਰਾ ਭਾਟ ਸਾਹਿਬ ਇਸ ਗੱਲ ਦੀ ਗਵਾਹੀ ਭਰਦਾ ਕਿ ਬਾਬਾ ਜੀ ਦੁਸ਼ਾਲੀਆਂ ਸਮੇਤ ਪਠਿਆਰੇ ਦੇ ਕਹਿਣ ਤੋਂ ਭਾਟੇ ਛਾਲ ਮਾਰ ਕੇ ਬੈਠੇ ਰਹੇ। ਪਤਾ ਨਹੀਂ ਕਿੰਨਾ ਚਿਰ ਬੈਠੇ ਰਹੇ, 5-7 ਘੰਟੇ ਤਾਂ ਬੈਠੇ ਰਹੇ ਹੋਣਗੇ ਜਿੰਨਾ ਚਿਰ ਹਨੇਰਾ ਨਹੀਂ ਹੋਇਆ, ਤੇ ਦੁਪਹਿਰ ਤੋਂ ਬੈਠੇ ਹੋਣਗੇ। ਤੇ ਵੇਖੋ ਉਹਨਾਂ ਨੇ ਧਿਆਨ ਧਾਰਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ, ਉਹਨਾਂ ਦਾ ਇੱਕ ਵੀ ਰੋਮ ਨਹੀਂ ਸੜ ਸਕਿਆ। ਜਿਹੜੇ ਗਹਿਣੇ ਸੀ ਸੋਨੇ ਦੇ ਉਹ ਢਲ ਗਏ, ਉਹ ਜਿਹੜੇ ਉਹ ਮਾਈਆਂ ਕੋਲ ਲਵਾ ਕੇ ਲਿਆਂਦੇ ਸੀ ਬਾਬਾ ਜੀ ਨੇ, ਦੁਸ਼ਾਲਿਆਂ ਨਾਲ ਆਖਿਆ ਵੀ ਲਿਆਓ ਗਹਿਣੇ ਵੀ ਦਿਓ। ਇੰਨਾ ਤੁਸੀਂ ਖਪਾ ਮਰਾਇਆ ਮੇਰਾ, ਕਿੱਥੋਂ ਮੈਂ ਤੁਰਿਆ ਕਿੱਥੇ ਆਇਆ, ਕਿੰਨਾ ਕੁਛ ਕਰਨਾ ਪਿਆ ਤੁਹਾਡੇ ਲਈ, ਲਿਆਓ ਗਹਿਣੇ ਦਿਓ। ਪਰ ਚੋਰੀ ਦਾ ਮਾਲ ਗੁਰਦੁਆਰੇ ਨਹੀਂ ਲਿਜਾਈਦਾ, ਮਹਾਰਾਜ ਨੂੰ ਤਾਂ ਦਸਾਂ ਦੀ ਕਿਰਤ ਭੇਟਾ ਕਰੀਦੀ ਆ। ਉਹ ਜਿਹੜੇ ਗਹਿਣੇ ਮੋਲਡ ਹੋ ਗਏ ਸੀਗੇ ਸਵਾਹ ਦੇ ਵਿੱਚ, ਬਾਬਾ ਜੀ ਨੇ ਜਦ ਬਾਹਰ ਨਿਕਲਣਾ ਕੀਤਾ ਦਸ਼ਾਲੇ ਉਸੇ ਤਰ੍ਹਾਂ ਹੀ ਸੀਗੇ, ਕੱਪੜਾ ਨਹੀਂ ਸੜਿਆ, ਬਾਬਾ ਜੀ ਦਾ ਇੱਕ ਰੂਮ ਵੀ ਨਹੀਂ ਸੜਿਆ, ਗਹਿਣੇ ਮੋਲਡ ਹੋ ਗਏ। ਆਖਿਆ ਗੁਰਮੁਖਾ ਤੂੰ ਸੇਵਾ ਕੀਤੀ ਹੈ, ਮੈਨੂੰ ਜਗ੍ਹਾ ਦਿੱਤੀ ਭਾਵੇਂ ਬਲਦੀ ਭੱਠ 'ਚ ਹੀ ਦਿੱਤੀ ਹੈ, ਤੇਰਾ ਮੈਂ ਪਰਉਪਕਾਰ ਨਹੀਂ ਭੁਲਾਊਂਗਾ। ਜਿਹੜਾ ਮੈਂ ਸੋਨਾ ਲਵਾ ਕੇ ਲਿਆਂਦਾ ਸੀ ਬੀਬੀਆਂ ਦੇ ਕੋਲੋਂ ਤੇ ਉਹ ਇੱਥੇ ਸਵਾਹ ਦੇ ਵਿੱਚ ਮੋਲਡ ਹੋਇਆ ਪਿਆ ਤੇ ਤੂੰ ਇਹਦੇ 'ਚੋਂ ਕੱਢ ਕੇ ਆਪਦਾ ਸੁੱਖ ਲੈ, ਤੇ ਤੇਰੀ ਚੜ੍ਹਦੀ ਕਲਾ ਹੋਵੇ, ਤੇਰਾ ਧੰਨਵਾਦ। ਇਉਂ ਵੇਖੋ ਬਾਬਾ ਜੀ ਵੀ ਨਹੀਂ ਸਨ ਸੜੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਤਾਤੀ ਵਾਉ न लगई पार ब्रह्म सरनाई, चौगिरद हमारा रामकार दुख लगे ना पाई। आ जिहड़ी हवा है, अग है, पानी है, ये वाहिगुरु जी दा बनाए हुए हैं। पंच तत् कर तुद सब सृष्ट सब साजी, कोई सेवा करियो जे किछ कीता होवे। इन्हां दे सुभाव ही परमात्मा ने डिसाइड कीते ने। जद वाहिगुरु जी की मर्जी हुंदी है ये आपदे सुभाव बदल लैंदे ने। उही अग है जिहड़ी माता दे खाधे हुए रोड भी हजम कर दिंदी है, किन्ना कुछ खाई जाओ हजम हो ही जांदा। उही अग है जिहड़ी बच्चे नूं साड़न दी बजाए उहदे शरीर नूं पकाउंदी है। इसलिए
ਤਵਾ ਜੀ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਮੇਰਾ ਧਾਰ ਵੀ ਸੜਿਆ ਨਹੀਂ, ਉਹ ਬਚ ਗਿਆ। ਤੇ ਜਿਉਂ ਦੌੜਿਆ ਖਡੂਰ ਸਾਹਿਬ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਸਾਰੀ ਸਾਖੀ ਸੁਣਾਈ ਤੇ ਮਹਾਰਾਜ ਨੇ ਆਖਿਆ ਭਾਈ ਜਪਜੀ ਸਾਹਿਬ ਦੇ ਪਾਠ ਕਰਿਆ ਕਰ। ਉਹ ਮੇਰਾ ਧਾੜ ਵੀ ਸ੍ਰੀ ਜਪਜੀ ਸਾਹਿਬ ਦੇ 21 ਪਾਠ ਕਰਨ ਲੱਗ ਪਿਆ। 21 ਪਾਠ ਕਰਨ ਤੋਂ ਹੀ ਮੇਰਾ ਧਾੜ ਵੀ ਬ੍ਰਹਮ ਗਿਆਨੀ ਬਣ ਗਿਆ। ਤੋ ਐਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੇ ਤੇ ਬਖਸ਼ਿਸ਼ ਹੋਈ। ਇੱਧਰ ਜਿਹੜਾ ਖੀਰਖਾਨਾ ਸਿੱਖ ਸੀਗਾ, ਇੰਨੇ ਚਿਰ ਨੂੰ ਮਗਰ ਮੇਰੇ ਨੂੰ ਲੱਭਦੇ ਹੋਏ ਸਿਪਾਹੀ ਆ ਗਏ ਤੇ ਉਹਨਾਂ ਕਿਹੜਾ ਵੇਖਿਆ ਸੀ ਵੀ ਕਿਹੜਾ ਬੰਦਾ ਹੈ, ਮਗਰੀ ਭੱਜ ਰਹੇ ਸੀ। ਤੇ ਬਾਕੀ ਉਹ ਤਾਂ ਅੱਗ ਵਿੱਚ ਬੈਠਾ ਹੋਇਆ ਸੀ। ਜਿਹਦੇ ਕੋਲ ਚੋਰੀ ਦਾ ਮਾਲ ਮਿਲੇ ਚੋਰ ਵੀ ਉਹਨੂੰ ਹੀ ਮੰਨਿਆ ਜਾਂਦਾ। ਉਹਨਾਂ ਨੇ ਵੇਖਿਆ ਵੀ ਇਸ ਬੰਦੇ ਕੋਲ ਪੰਡ ਭਰੀ ਹੈ, ਇੰਨੀ ਚੋਰੀ ਕੀਤੀ ਹੈ। ਖੀਰਖਾਨੇ ਸਿੱਖ ਨੂੰ ਫੜ ਲਿਆ, ਫੜਿਆ ਤਾਂ ਸ਼ੱਕ 'ਚ ਸੀਗਾ, ਤਲਾਸ਼ੀ ਲਈ ਸਾਰਾ ਧਨ ਬਰਾਮਦ ਹੋ ਗਿਆ। ਫੜ ਕੇ ਕੋਤਵਾਲ ਕੋਲ ਪੇਸ਼ ਕੀਤਾ। ਕੋਤਵਾਲ ਨੇ ਵੇਖਦਿਆਂ ਹੁਕਮ ਸੁਣਾ ਦਿੱਤਾ ਕਿ ਇਹਦਾ ਸਾਰਾ ਮਾਲ ਜ਼ਬਤ ਕਰਕੇ ਇਹਨੂੰ ਫਾਂਸੀ ਦੇ ਦਿਓ। ਮੌਤ ਤਾਂ 8 ਪਹਿਰਾਂ ਵਿੱਚ ਹੀ ਆਈ, ਪਰ ਗੁਰੂ ਤੋਂ ਬੇਮੁਖ ਹੋ ਕੇ ਨਰਕਾਂ ਨੂੰ ਚਲਾ ਗਿਆ। ਮਹਾਰਾਜ ਦਾ ਬਚਨ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ। ਪਾਵੇ ਮੁਕਤ ਨ ਹੋਰ ਥੇ ਕੋਈ, ਪੁੱਛੋ ਬਵੇਕੀਆਂ ਜਾਏ। ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨ ਪਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਕੋਤਵਾਲ ਨੇ ਚੋਰ ਸਮਝ ਕੇ ਇਹਨੂੰ ਫਾਂਸੀ ਦੇ ਦਿੱਤੀ। ਗੁਰਪ੍ਰਤਾਪ ਦੇ ਵਿੱਚ ਇੰਝ ਜ਼ਿਕਰ ਹੁੰਦਾ ਹੈ, ਕੋਟ ਵਾਰ ਕੇ ਕਰਿਓ ਆਗਾਰੀ। ਕੋਤਵਾਲ ਦੇ ਅੱਗੇ ਖੜਾ ਕਰ ਦਿੱਤਾ ਸਿਪਾਹੀਆਂ ਨੇ। ਤੈਨ ਦੇਖਤ ਹੀ ਗਿਰਾਇ ਚਾਰੀ। ਕੋਤਵਾਲ ਨੇ ਵੇਖਦਿਆਂ ਸਾਰੀ ਆਖਿਆ, ਛੀਨ ਲਿਓ ਤਿਸ ਕੋ ਸਭ ਮਾਲ। ਕਿ ਇਸ ਦਾ ਸਾਰਾ ਮਾਲ ਮਤਾ ਇਹਦੇ ਕੋਲੋਂ ਖੋਹ ਲਵੋ। ਫਾਂਸੇ ਦੇਹੋ ਜਾਏ ਤਤਕਾਲ। ਝਟਪਟ ਜਾ ਕੇ ਇਹਨੂੰ ਫਾਂਸੀ ਦੇ ਲਾ ਦੇਵੋ। ਹੁਕਮ ਮਾਨ ਫਾਂਸੀ ਤਿਸ ਦੀਨਾ। ਹੁਕਮ ਮੰਨ ਕੇ ਖੀਰਖਾਨੇ ਸਿੱਖ ਨੂੰ ਫਾਂਸੀ ਲਾ ਦਿੱਤੀ। ਮੂਰਖ ਮਾਰਿਓ ਧਰਮ ਤੇ ਹੀਨਾ। ਕਿਉਂਕਿ ਉਮਰ 8 ਪੈਰੀ ਸੀਗੀ ਲਿਖੀ ਹੋਈ, 8 ਪੈਰਾਂ ਦੇ ਵਿੱਚ ਮਰਿਆ ਤਾਂ ਸਹੀ, ਪਰ ਗੁਰੂ ਜੀ ਦੇ ਹੁਕਮ ਤੋਂ ਉਲਟ ਧਰਮ ਤੋਂ ਰਹਿਤ ਹੋ ਕੇ ਮਰਿਆ। ਤਜੈ ਬਾਗ ਤਰ ਲੋਭ ਬਸਾਲਾ। ਜਿਹੜਾ ਲਾਲਚ ਕਰਕੇ ਗੁਰੂ ਸਾਹਿਬ ਦੀ ਬਾਗ ਨੂੰ ਬਚਨਾਂ ਨੂੰ ਤਿਆਗ ਦਿੰਦਾ ਹੈ, ਪਾਵੈ ਨਰਕ ਤੁਰਤ ਹੋਏ ਕਾਲਾ। ਤਾਂ ਉਹ ਨਰਕਾਂ ਦੇ ਵਿੱਚ ਪੈਂਦਾ, ਝਟਪਟ ਉਹਦਾ ਕਾਲ ਆ ਜਾਂਦਾ। ਜਿਵੇਂ ਮੂਲਾ ਖੱਤਰੀ ਗੁਰੂ ਜੀ ਦੇ ਬਚਨ ਨਾ ਮੰਨ ਕੇ ਬੇਮੁਖ ਮਰਿਆ, ਫਿਰ ਜੂਨਾਂ 'ਚ ਭੜਕਦਾ ਰਿਹਾ। ਜਿਹੜਾ ਦੁਨੀ ਚੰਦ ਮਸੰਦ ਹੈ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਧੰਨ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੋਂ ਉਲਟ ਮਹਾਰਾਜ ਨੇ ਆਖਿਆ ਸੀ ਵੀ ਜੇ ਪਹਾੜੀਆਂ ਦਾ ਖੂਨੀ ਹਾਥੀ ਹੈ ਤੇ ਗੁਰਦੁਆਰੇ ਦਾ ਵੀ ਹਾਥੀ ਹੈ। ਆ ਵੇਖੋ ਕੜਾਹ ਖਵਾ ਕੇ ਅਸੀਂ ਪਾਲਿਆ ਇਹਨੂੰ, ਗੁਰੂ ਕਾ ਲੰਗਰ ਖਾ ਕੇ ਕਿੰਨਾ ਮੋਟਾ ਹੋਇਆ ਪਿਆ ਹੈ। ਇਹ ਆਪੇ ਮੁਕਾਬਲਾ ਕਰੂਗਾ। ਉਹ ਵਿਚਾਰਾ ਘਬਰਾ ਗਿਆ। ਪਹਿਲਾਂ ਸਿੱਖਾਂ ਦੇ ਤੰਬੂਆਂ ਦੇ ਵਿੱਚ ਰਾਤ ਫਿਰਦਾ ਰਿਹਾ। ਜਦ ਕਿਸੇ ਵੀ ਹਾਮੀ ਨਹੀਂ ਭਰੀ, ਸਾਰਿਆਂ ਨੇ ਆਖਿਆ ਤੂੰ ਗੁਰੂ ਦੇ ਬਚਨਾਂ ਦੇ ਭਰੋਸਾ ਕਿਉਂ ਨਹੀਂ ਕਰਦਾ। ਫਿਰ ਸੋਚਿਆ ਵੀ ਇਹ ਸਿੱਖ ਵੀ ਮਹਾਰਾਜ ਨਾਲ ਰਲ ਗਏ ਨੇ, ਗੁਰੂ ਜੀ ਦੀ ਨੌਜਵਾਨ ਵਾਲੀ ਉਮਰ ਹੈ, ਇਹ ਬੰਦਾ ਮਰ ਲੱਗਿਆ, ਸੋਚਦੇ ਨਹੀਂ ਮੈਨੂੰ ਮਰਵਾ ਦੇਣਗੇ ਤੇ ਮੈਂ ਤਾਂ ਨਹੀਂ ਮਰਦਾ ਇਸ ਤਰ੍ਹਾਂ। ਇਉਂ ਰਾਤੋਂ ਰਾਤ ਆਪਦੇ ਸਹਿਮਤੀ ਵਾਲੇ 500 ਮਾਝੇ ਦੇ ਸਿੱਖਾਂ ਨੂੰ ਨਾਲ ਲੈ ਕੇ ਰਾਤੋਂ ਰਾਤ ਹੀ ਦੌੜ ਗਿਆ। ਪਹਿਲਾਂ ਤਾਂ ਕੰਧ ਤੋਂ ਟੱਪਣ ਤੋਂ ਇਹਦੀ ਲੱਤ ਟੁੱਟ ਗਈ, ਮੰਜੇ ਤੇ ਪਾ ਕੇ ਅੰਮ੍ਰਿਤਸਰ ਲਿਆਂਦਾ ਸਾਥੀਆਂ ਨੇ। ਫਿਰ ਸੱਪ ਲਾ ਕੇ ਮਰ ਗਿਆ। ਇਸ ਵਾਸਤੇ ਜਿਹੜਾ ਮਹਾਰਾਜ ਦਾ ਬਚਨ ਨਹੀਂ ਮੰਨਦਾ ਉਹ ਮਰਦਾ ਤਾਂ ਸਹੀ, ਪਰ ਬੇਮੁਖ ਹੋਣ ਕਰਕੇ ਨਰਕਾਂ ਦੀ ਅੱਗ ਵਿੱਚ ਪੈਂਦਾ। ਸੋ ਇਸ ਵਾਸਤੇ ਇਹ ਜਿਹੜਾ ਭਾਈ ਮੇਰਾ ਸੀ, ਮੇਰਾ ਇਤਿਹਾਸ ਦੇ ਵਿੱਚ ਇਹਦੇ ਚਿਖਾ ਤੇ ਛੱਡ ਕੇ ਬੈਕੁੰਠ ਜਾਣ ਦੀ ਗੱਲ ਆਪਾਂ ਨੇ ਪੜ੍ਹੀ ਹੈ।
ਗੁਰਪ੍ਰਤਾਪ ਦੇ ਅੰਦਰ। ਤੇ ਪਰ ਇੱਕ ਹਿੰਦੀ ਦੀ ਤਾਰੀਖ ਵਿੱਚ ਵੀ ਇਹਦਾ ਹਵਾਲਾ ਮਿਲਦਾ ਹੈ ਕਿ ਉਹਨੂੰ ਅੱਗ ਨੇ ਸਾੜਿਆ ਨਹੀਂ ਸੀਗਾ। ਜਦ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ, ਬੇਨਤੀ ਕਰਨ ਲਈ ਸਿੱਖਾਂ ਨੂੰ ਵੀ ਨਾਲ ਲਿਆ ਕਿ ਤੁਹਾਡੇ ਬਚਨਾਂ ਦੀ ਬਰਕਤ ਨਾਲ ਅੱਗ ਨੇ ਮੈਨੂੰ ਫੂਕਿਆ ਨਹੀਂ, ਮੈਂ ਅੱਗ ਦੀਆਂ ਮੱਚਦੀਆਂ ਲਾਟਾਂ 'ਚ ਉਸੇ ਤਰ੍ਹਾਂ ਬੈਠਾ ਰਿਹਾ। ਉਧਰ ਤੁਹਾਡੇ ਖੀਰਖਾਨੇ ਸਿੱਖ ਨੂੰ ਸਿਪਾਹੀ ਫੜ ਕੇ ਲੈ ਗਏ। ਸ਼ਰਧਾ ਤਾਂ ਪਹਿਲਾਂ ਦੀ ਮੈਨੂੰ ਆਪ ਜੀ ਉੱਪਰ ਸੀ, ਇਸੇ ਲਈ ਸੜਨ ਲਈ ਤਿਆਰ ਹੋਇਆ ਸੀ, ਪਰ ਹੁਣ ਜਦ ਅੱਗ ਨੇ ਨਹੀਂ ਸਾੜਿਆ, ਇਹ ਆਪ ਜੀ ਦੀ ਬਰਕਤ ਮੈਂ ਸਮਝੀ ਹੈ। ਹੁਣ ਮੈਨੂੰ ਆਪਣਾ ਸਿੱਖ ਬਣਾ ਕੇ ਮੇਰੇ ਪਿਛਲੇ ਜਨਮਾਂ ਦੇ ਪਾਪ ਬਖਸ਼ ਦਿਓ। ਬੇਨਤੀਆਂ ਹੀ ਕਰੀ ਗਿਆ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਸਿੱਖ ਬਣਨ ਤੋਂ ਪਹਿਲਾਂ ਹੀ ਜ਼ਰੂਰੀ ਹੈ ਕਿ ਲੋਕਾਂ ਦਾ ਲੁੱਟਿਆ ਧਨ ਪਦਾਰਥ ਵਾਪਸ ਕਰਕੇ ਫਿਰ ਆ, ਅੱਗੇ ਵਾਸਤੇ ਧਰਮ ਦੀ ਕਿਰਤਾ ਪ੍ਰਣ ਕਰ। ਸਭਨਾਂ ਦੀਆਂ ਮੱਝਾਂ, ਗਾਵਾਂ, ਪਸ਼ੂ, ਡੰਗਰ, ਚੀਜ਼ਾਂ, ਵਸਤੂਆਂ ਵਾਪਸ ਕਰਕੇ ਆ, ਕਿਉਂ ਮੇਰਾ ਧਾੜ ਵੀ ਸਭ ਕੁਝ ਵਾਪਸ ਕਰਕੇ ਸਦਾ ਲਈ ਚੋਰੀ ਛੱਡਣ ਦਾ ਪ੍ਰਣ ਕਰਕੇ ਪੂਰਨ ਗੁਰਸਿੱਖ 21 ਪਾਠ ਜਪਜੀ ਸਾਹਿਬ ਦੇ ਕਰਦਿਆਂ ਬ੍ਰਹਮ ਗਿਆਨੀ ਬਣਿਆ। ਜੀਵਨ ਮੁਕਤੀ ਪਾ ਕੇ ਜੰਮਣ ਮਰਨ ਤੋਂ ਰਹਿਤ ਹੋਇਆ, ਪਰ ਖੀਰ ਖਾਣੇ ਦਾ ਬੁਰਾ ਹਾਲ ਹੋਇਆ। ਕਿਉਂ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਲੰਗਰ ਵੀ ਵਰਤਦਾ ਗੁਰਦੁਆਰੇ, ਦੌਲਤ ਵੀ ਵਰਤੀਂਦੀ ਹੈ, ਤੇ ਰਸ ਵਾਲੀ ਘਿਓ ਵਾਲੀ ਖੀਰ ਵੀ ਵਰਤੀਦੀ ਹੈ। ਪਰ ਗੁਰਸਿੱਖਾਂ ਕੇ ਮੁਖ ਉਜਲੇ, ਜਿਹੜੇ ਗੁਰਸਿੱਖ ਛਕਦੇ ਨੇ ਮੱਥਾ ਟੇਕ ਕੇ ਬਾਣੀ ਪੜ੍ਹ ਕੇ ਤੇ ਫਿਰ ਛਕ ਕੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦੇ ਨੇ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਸੇਵਾ ਕਰਦੇ ਨੇ, ਸਰੀਰ ਨੂੰ ਸਬਲ ਬਣਾਉਂਦੇ ਨੇ, ਉਹਨਾਂ ਗੁਰਸਿੱਖਾਂ ਦੇ ਮੁਖ ਤਾਂ ਹੁੰਦੇ ਨੇ ਉਜਲੇ। ਪਰ ਜਿਹੜੇ ਮਨਮੁਖ ਬੰਦੇ ਕੇਵਲ ਖਾਣ ਪੀਣ ਦੇ, ਪਹਿਨਣ ਭੋਗਣ ਦੇ ਲਾਲਚ ਨੂੰ ਹੀ ਗੁਰਦੁਆਰੇ ਆਉਂਦੇ ਨੇ, ਰਹਿੰਦੇ ਨੇ ਵੀ ਚੰਗਾ ਸੋਹਣਾ ਗੁਜ਼ਾਰਾ ਚੱਲਦਾ, ਵਸਤਰ ਵੀ ਸਿੱਖਾਂ ਵਾਲੇ, ਲਿਬਾਸ ਵੀ ਸਿੱਖਾਂ ਵਾਲਾ, ਕੇਵਲ ਲਾਲਚ ਖਾਤਰ ਮਨਮੁਖ ਥੀਏ ਪਰਾਲੀ। ਉਹ ਲਿਬਾਸ ਧਾਰਨ ਦੇ ਨਾਲ ਹੀ ਗੁਰਮੁਖ ਨਹੀਂ ਹੁੰਦੇ। ਅੰਦਰੋਂ ਜਿਨ੍ਹਾਂ ਦਾ ਮਨ ਆਪਦਾ ਮੁਖੀ ਬਣਾਇਆ ਹੋਇਆ ਗੁਰੂ ਦੇ ਬਚਨਾਂ ਤੋਂ ਉਲਟ ਹੈ, ਉਹ ਮਨਮੁਖ ਪਰਾਲੀ ਦੀ ਤਰ੍ਹਾਂ ਖੀਰ ਖਾਣੇ ਸਿੱਖਵਾਂ ਫੋਕੇ ਹੋ ਕੇ ਗੁਣਾਂ ਤੋਂ ਖਾਲੀ ਹੋ ਜਾਂਦੇ। ਮਨਮੁਖਾਂ ਦੇ ਮੂੰਹ ਜਦ ਯਮਦੂਤ ਉਹਨਾਂ ਨੂੰ ਦਿਖਦੇ ਨੇ ਤੇ ਪਰਾਲੀ ਦੀ ਤਰ੍ਹਾਂ ਪੀਲੇ ਬਿਲਕੁਲ ਡੱਬ ਖੜਬੇ ਜੇ ਹੋ ਜਾਂਦੇ। ਪਏ ਕਬੂਲ ਖਸਮ ਨਾਲ, ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਜਾਂ ਕਾਲ ਮਰਦੀ ਕਾਲੀ, ਮਰਦਾਂ ਵਾਲੀ ਸੂਰਮਿਆਂ ਵਾਲੀ ਘਾਲ ਕਮਾਈ ਕੀਤੀ ਜਾਂ ਗੁਰ ਸੇਵਾ ਦੀ ਘਾਲਣਾ ਕੀਤੀ, ਤਦੋਂ ਉਹ ਖਸਮ ਨਾਲ ਪਏ ਕਬੂਲ। ਮਾਲਕ ਸਤਿਗੁਰੂ ਨਾਨਕ ਦੇਵ ਜੀ ਜਾਂ ਅਕਾਲ ਪੁਰਖ ਦੇ ਨਾਲ ਕਬੂਲ ਪੈ ਗਏ, ਭਾਵ ਪ੍ਰਵਾਨ ਹੋ ਗਏ, ਪ੍ਰਮਾਨਿਤ ਹੋ ਗਏ। ਮਾਤਾ ਖੀਵੀ ਸਹੁ ਸੋਇ, ਉਹ ਮਾਤਾ ਖੀਵੀ ਜੀ ਦੇ ਸਹੁ ਪਤੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ। ਜਿਨ ਗੋਏ ਉਠਾਲੀ, ਜਿਸ ਗੁਰਾਂ ਨੇ ਧਰਤੀ ਉਠਾਈ ਹੈ, ਭਾਵ ਉਸ ਉਧਾਰੀ ਹੈ। ਧਰਤੀ ਨੂੰ ਸੁਧਾਰਨ ਦਾ, ਉਦਾਹਰਨ ਦਾ ਸਾਰਾ ਬੀੜਾ ਆਪ ਦੇ ਸਿਰ ਚੁੱਕਿਆ। ਜਾਂ ਇਸੇ ਪ੍ਰਕਾਰ ਜਿਨ ਗੋਏ ਉਠਾਲੀ, ਜਿਸ ਗੁਰੂ ਅੰਗਦ ਦੇਵ ਜੀ ਨੇ ਸਾਰੀ ਪ੍ਰਿਥਵੀ ਦੇ ਉਧਾਰ ਦੀ ਗੋਏ ਬਾਜੀ ਨੂੰ ਖਿੱਦੋ ਵਾਂਗ ਆਪਣੇ ਆਸਰੇ ਚੁੱਕਿਆ ਹੋਇਆ ਹੈ। ਇਸੇ ਪ੍ਰਕਾਰ ਮਾਤਾ ਖੀਵੀ ਸਹੁ ਸੋਇ, ਮਾਤਾ ਖੀਵੀ ਜੀ ਦੇ ਪਤੀ ਉਹੀ ਰੂਪ ਹਨ। ਜਿਨ ਗੋਏ ਉਠਾਲੀ, ਜਿਸ ਪਰਮੇਸ਼ਰ ਨੇ ਪ੍ਰਿਥਵੀ ਸ੍ਰਿਸ਼ਟੀ ਉਠਾਲੀ, ਭਾਵ ਆਪਣੀ ਚੇਤਨ ਸੱਤਾ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੋਇਆ ਹੈ। ਇੱਥੇ ਤੀਸਰੀ ਪੌੜੀ ਸੰਪੂਰਨ ਹੋਈ ਹੈ ਜੀ। ਭੁੱਲਾਂ ਚੁੱਕਾਂ ਦਾਸ ਦੀਆਂ ਸਮਝੀਆਂ ਮਾਫ ਕਰਨੀਆਂ ਜੀ। ਉਪਦੇਸ਼ ਗੁਰੂ ਜੀ ਦਾ ਸਮਝ ਕੇ ਧਾਰਨ ਕਰਨਾ, ਅੱਗੇ ਤੋਂ ਸਮਤ ਬਖਸ਼ਣੀ। ਪਏ ਕਬੂਲ ਖਸਮ ਨਾਲ, ਜਾਂ ਕਾਲ ਮਰਦੀ ਕਾਲੀ। ਮਾਤਾ ਖੀਵੀ ਸਹੁ ਸੋਏ, ਜਿਨ ਗੋਏ ਉਠਾਲੀ। ਵਾਹਿਗੁਰੂ ਜੀ ਕਾ ਖਾਲਸਾ,